ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਹੁਣ ਕੁਝ ਤਾਂ ਸਟੂਡੈਂਟ ਇੱਥੇ ਅਜਿਹੇ ਨੇ ਜਿਨ੍ਹਾਂ ਨੇ ਕੱਲ ਵੀ ਕਲਾਸ ਅਟੈਂਡ ਕੀਤੀ ਸੀ ਤਾਂ ਮੈਨੂੰ ਉਮੀਦ ਆ ਉਹਨਾਂ ਸਾਰਿਆਂ ਨੇ ਐਕਸਰਸਾਈਜ਼ ਕੀਤੀ ਹੋਵੇਗੀ। ਆਪਾਂ ਇੱਕ ਇੱਕ ਕਰਕੇ ਮੈਂ ਸਾਰਿਆਂ ਨੂੰ ਅੱਜ ਅਨਮਿਊਟ ਕਰੂੰਗਾ ਤਾਂ ਕਿ ਤੁਸੀਂ ਆਨਸਰਸ ਦੇ ਸਕੋ। ਪਹਿਲਾਂ ਮੈਂ ਗੋਲਡ ਤੁਹਾਡੇ ਤੋਂ ਸ਼ੁਰੂਆਤ ਕਰ ਰਿਹਾ। सर ओके ठीक है। सर मीना इज अ ब्रिलियंट आर्टिस्ट सर। इसमें सब्जेक्ट वर्ड मीना है। ठीक है हाँ जी। ਸੋ ਆਪਣਾ ਜਿਹੜਾ ਪਹਿਲਾ ਸੈਂਟੈਂਸ ਹੈਗਾ, ਹੁਣ ਜਿਹੜੇ ਨਵੇਂ ਸਟੂਡੈਂਟ ਆਏ ਨੇ, ਮਨਿੰਦਰ ਜਿਵੇਂ ਤੁਸੀਂ ਆਏ ਹੋ ਜਾਂ ਰੋਹਿਤ ਆਏ ਨੇ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੱਲ ਅਸੀਂ ਕੀ ਕੀਤਾ ਸੀ। ਅਸੀਂ ਸੈਂਟੈਂਸ ਵਿੱਚ ਸਬਜੈਕਟ ਕੀ ਹੁੰਦਾ ਹੈ, ਪ੍ਰੈਡੀਕੇਟ ਕੀ ਹੁੰਦਾ ਹੈ, ਸਬਜੈਕਟ ਵਰਡ ਕੀ ਹੁੰਦਾ ਹੈ ਜਾਂ ਫਿਰ ਵਰਬ ਕੀ ਹੁੰਦਾ, ਇਹ ਸਾਰੀਆਂ ਚੀਜ਼ਾਂ ਬਾਰੇ ਸਿੱਖਿਆ ਸੀਗਾ। ਹੁਣ ਜਦੋਂ ਵੀ ਆਪਾਂ ਕਿਸੇ ਸੈਂਟੈਂਸ ਦੀ ਗੱਲ ਕਰਦੇ ਹਾਂ ਤਾਂ ਸੈਂਟੈਂਸ ਵਿੱਚ ਆਪਾਂ ਕਿਸੇ ਇੱਕ ਜਾਣੇ ਦੀ ਗੱਲ ਕਰ ਰਹੇ ਹੁੰਦੇ ਆ ਜਾਂ ਕਿਸੇ ਚੀਜ਼ ਦੀ ਗੱਲ ਕਰ ਰਹੇ ਹੁੰਦੇ ਆ। ਹੁਣ ਜਿਸ ਚੀਜ਼ ਦੀ ਵੀ ਆਪਾਂ ਗੱਲ ਕਰ ਰਹੇ ਹੁੰਦੇ ਆ ਉਹਨੂੰ ਆਪਾਂ ਸਬਜੈਕਟ ਕਹਿੰਦੇ ਆ। ਠੀਕ ਹੈ ਜੀ। ਜਿਵੇਂ ਆਹ ਸੈਂਟੈਂਸ ਹੈਗਾ, ਮੀਨਾ ਇਜ਼ ਅ ਬ੍ਰਿਲੀਅੰਟ ਆਰਟਿਸਟ, ਇਹਦੇ ਵਿੱਚ ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਆਪਾਂ ਮੀਨਾ ਦੀ ਗੱਲ ਕਰ ਰਹੇ ਹਾਂ। ਹੁਣ ਕਈ ਵਾਰੀ ਕੀ ਹੁੰਦਾ ਏ, ਇੱਕ ਸਬਜੈਕਟ ਵਿੱਚ ਇੱਕ ਤੋਂ ਜ਼ਿਆਦਾ ਵਰਡਸ ਹੋ ਸਕਦੇ ਨੇ। ਜਿਵੇਂ ਇੱਥੇ ਏ ਕੱਪ, ਹੁਣ ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਏ ਕੱਪ ਦੀ, ਇੱਕ ਕੱਪ ਦੀ ਗੱਲ ਕਰ ਰਹੇ ਹਾਂ। ਹੁਣ ਇਹ ਤਾਂ ਆਪਣਾ ਸਬਜੈਕਟ ਹੋ ਗਿਆ। ਬਾਕੀ ਸਟੂਡੈਂਟਸ ਨੂੰ ਇਹ ਨੌਲੇਜ ਹੈਗੀ ਆ, ਮੈਂ ਤੁਹਾਨੂੰ ਕਿਉਂਕਿ ਤੁਸੀਂ ਨਵੇਂ ਆਏ ਹੋ ਤਾਂ ਮੈਂ ਦੱਸ ਰਿਹਾ ਕਿ ਇਹ ਇੱਕ ਕੱਪ ਆਪਣਾ ਸਬਜੈਕਟ ਹੋ ਗਿਆ ਕਿਉਂਕਿ ਇਸ ਦੀ ਆਪਾਂ ਗੱਲ ਕਰ ਰਹੇ ਹਾਂ। ਏ ਕੱਪ ਆਫ ਟੀ ਫॉर ਮੀ। ਪਰ ਹੋ ਸਕਦਾ ਹੈ ਕਿ ਇੱਕ ਸਬਜੈਕਟ ਵਿੱਚ ਇੱਕ ਤੋਂ ਜ਼ਿਆਦਾ ਵਰਡਸ ਹੋਣ ਤਾਂ ਇਨ ਦੈਟ ਕੇਸ ਕੀ ਆਪਾਂ ਕਰਨਾ ਹੁੰਦਾ ਹੈ? ਆਪਾਂ ਦੇਖਣਾ ਹੁੰਦਾ ਹੈ ਕਿ ਕਿਹੜਾ ਵਰਡ ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਹੈ। ਹੁਣ ਇੱਥੇ ਕਿਹੜਾ ਇੰਪੋਰਟੈਂਟ ਹੋਊਗਾ ਸਾਰਿਆਂ ਤੋਂ ਜ਼ਿਆਦਾ? ਕੱਪ ਇੰਪੋਰਟੈਂਟ ਹੋਊਗਾ ਤੇ ਉਹ ਆਪਣਾ ਸਬਜੈਕਟ ਵਰਡ ਹੋਊਗਾ। ਠੀਕ ਹੈ ਜੀ। ਇਸ ਸੈਂਟੈਂਸਸ ਵਿੱਚ ਆਪਾਂ ਕੀ ਦੱਸਣਾ ਹੈ? ਆਪਾਂ ਇਹ ਦੱਸਣਾ ਹੈ ਕਿ ਸੈਂਟੈਂਸ, ਪਹਿਲਾਂ ਤਾਂ ਆਪਾਂ ਇਹ ਦੱਸਣਾ ਹੈ ਕਿ ਕੰਪਲੀਟ ਹੈਗਾ ਹੈ ਜਾਂ ਨਹੀਂ ਹੈਗਾ। ਜੇ ਤਾਂ ਸੈਂਟੈਂਸ ਕੰਪਲੀਟ ਆ ਮਤਲਬ ਉਹਦਾ ਕੋਈ ਸਬਜੈਕਟ ਵੀ ਹੋਊਗਾ, ਤੇ ਜੇ ਉਹਦਾ ਸਬਜੈਕਟ ਹੋਊਗਾ ਆਪਾਂ ਦੱਸਣਾ ਹੈਗਾ ਕਿ ਸਬਜੈਕਟ ਕਿਹੜਾ ਤੇ ਸਬਜੈਕਟ ਵਰਡ ਕਿਹੜਾ ਹੈ। ਗੋਲਡ ਅਗਲੇ ਸੈਂਟੈਂਸ ਬਾਰੇ ਦੱਸੋ। ਅਗਲਾ ਸੈਂਟੈਂਸ ਜਿਹੜਾ ਹੈਗਾ ਆਪਣਾ ਉਹ ਕੰਪਲੀਟ ਹੈ ਜਾਂ ਨਹੀਂ ਹੈਗਾ ਕੰਪਲੀਟ? ਪਹਿਲਾਂ ਤਾਂ ਮੈਨੂੰ ਇਹ ਦੱਸੋ, ਫਿਰ ਆਪਾਂ ਸਬਜੈਕਟ ਵਰਡ ਦੀ ਗੱਲ ਕਰਾਂਗੇ। ਹਾਂਜੀ ਗੋਲਡ। सर इनकम्प्लीट है। ਇਹ ਇਨਕੰਪਲੀਟ ਹੈ। ਹਾਂਜੀ, ਪਹਿਲਾਂ ਤਾਂ ਜੋ ਇਹਨਾਂ ਦਾ ਆਨਸਰ ਹੈ ਕਿ ਇਹ ਇਨਕੰਪਲੀਟ ਹੈ। ਮੈਂ ਇਹ ਦੱਸਦਾ ਕਿ ਇਹ ਇਨਕੰਪਲੀਟ ਕਾਹਤੋਂ ਹੈ। ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਵੀ ਸੈਂਟੈਂਸ ਹੁੰਦਾ ਹੈ ਉਹਦੇ ਵਿੱਚ ਦੋ ਚੀਜ਼ਾਂ ਹੋਣੀਆਂ ਲਾਜ਼ਮੀ ਆ। ਇੱਕ ਤਾਂ ਸਬਜੈਕਟ, ਸੈਂਟੈਂਸ ਤਾਂ ਹੀ ਬਣੂਗਾ ਜੇ ਆਪਾਂ ਕਿਸੇ ਦੀ ਗੱਲ ਕਰਾਂਗੇ ਜਾਂ ਕਿਸੇ ਚੀਜ਼ ਦੀ ਗੱਲ ਕਰਾਂਗੇ, ਉਹ ਚੀਜ਼ ਹੋਣੀ ਜ਼ਰੂਰੀ ਹੈ। ਦੂਸਰੀ ਚੀਜ਼ ਕਿਹੜੀ ਹੁੰਦੀ ਹੈ? ਵਰਬ। ਕੋਈ ਨਾ ਕੋਈ ਕੰਮ ਹੋ ਰਿਹਾ ਹੋਣਾ ਚਾਹੀਦਾ ਹੈ। ਹੁਣ ਇੱਥੇ ਕੀ ਹੈਗਾ ਹੈ? ਆਪਣੇ ਕੋਲੇ ਸਬਜੈਕਟ ਤਾਂ ਹੈਗਾ ਹੈ ਕਿ ਆਪਾਂ ਇਹ ਕੱਪ ਦੀ ਗੱਲ ਕਰ ਰਹੇ ਹਾਂ, ਪਰ ਇੱਥੇ ਕੋਈ ਕੰਮ ਤਾਂ ਨਹੀਂ ਹੋ ਰਿਹਾ। ਇਹ ਕੱਪ ਆਫ ਟੀ ਫॉर ਮੀ, ਮੇਰੇ ਲਈ ਚਾਹ ਦਾ ਇੱਕ ਕੱਪ। ਹੁਣ ਉਹ ਚਾਹ ਦੇ ਇੱਕ ਕੱਪ ਨਾਲ ਕੀ ਕਰਨਾ ਹੈ? ਉਹਨੂੰ ਲੈ ਕੇ ਆਉਣਾ ਹੈ ਜਾਂ ਬਣਾਉਣਾ ਹੈ, ਅਜਿਹਾ ਤਾਂ ਨਹੀਂ ਦੱਸਿਆ ਗਿਆ। ਉਹਦੇ ਨਾਲ ਕੀ ਕੰਮ ਕਰਨਾ ਹੈ? ਵਰਬ ਨਹੀਂ ਹੈਗਾ। ਮਤਲਬ ਦੋ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਇੱਕ ਸਬਜੈਕਟ ਚਾਹੀਦਾ ਹੁੰਦਾ ਹੈ, ਇੱਕ ਵਰਬ ਚਾਹੀਦਾ ਹੁੰਦਾ ਹੈ। ਹੁਣ ਸਬਜੈਕਟ ਆਪਣੇ ਕੋਲੇ ਹੈਗਾ ਹੈ ਬਟ ਵਰਬ ਆਪਣਾ ਮਿਸਿੰਗ ਹੈ। ਇਨ ਦਿਸ ਕੇਸ ਕੀ ਆ? ਸੈਂਟੈਂਸ ਆਪਣਾ ਇਨਕੰਪਲੀਟ ਹੋਵੇਗਾ। ਥਰਡ ਸੈਂਟੈਂਸ ਕੀ ਆ? ਹੁਣ ਜੇ ਆਪਣਾ ਇਨਕੰਪਲੀਟ ਸੈਂਟੈਂਸ ਆ ਤਾਂ ਫਿਰ ਆਪਾਂ ਉਹਦੇ ਵਿੱਚ ਸਬਜੈਕਟ ਵਰਡ ਵੀ ਨਹੀਂ ਦੇਖਣਾ, ਆਪਾਂ ਸਿਰਫ ਇਦਾਂ ਲਿਖ ਦੇਣਾ ਹੈ ਕਿ ਆਪਣਾ ਸੈਂਟੈਂਸ ਇਨਕੰਪਲੀਟ ਹੈ। ਲੀਨੀਐਂਟ ਦਾ ਮਤਲਬ ਪਤਾ ਤੁਹਾਨੂੰ ਗੋਲਡ? उदार। ਕੀ ਮਤਲਬ? उदार उदार। ਉਦਾਹਰ ਨਹੀਂ, ਬੇਸਿਕਲੀ ਕਈ ਵਾਰੀ ਆਪਾਂ ਕਹਿੰਦੇ ਨਾ ਟੀਚਰ ਬੜੇ ਲੀਨੀਐਂਟ ਨੇ ਮਾਰਕਸ ਵਿੱਚ। ਕਈ ਟੀਚਰਸ ਹੁੰਦੇ ਆ ਜੋ ਛੇਤੀ ਮਾਰਕਸ ਦਿੰਦੇ ਨਹੀਂ ਹੈਗੇ। ਆਪਾਂ ਕਹਿੰਦੇ ਆ ਕਿ ਉਹ ਸਟ੍ਰਿਕਟਲੀ ਚੈੱਕ ਕਰਦੇ ਆ ਵੀ ਮਾਰਕਸ ਦਿੰਦੇ ਨਹੀਂ ਹੈਗੇ, ਬੜੇ ਕੰਜੂਸ ਆ ਮਾਰਕਸ ਦੇਣ ਵਿੱਚ। ਕਈ ਲੀਨੀਐਂਟ ਹੁੰਦੇ ਆ ਵੀ ਖੁੱਲਾ ਮਾਰਕਸ ਦਿੰਦੇ ਨੇ, ਉੱਥੇ ਇਹ ਲੀਨੀਐਂਟ ਵਰਤਿਆ ਗਿਆ ਹੈਗਾ। ਲੀਨੀਐਂਟ ਅਬਾਊਟ ਮਾਰਕਸ ਥੀਸ ਡੇਜ਼। ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਸੈਂਟੈਂਸ ਕੰਪਲੀਟ ਹੈਗਾ ਜਾਂ ਇਨਕੰਪਲੀਟ ਹੈ? सर कंप्लीट है। क्यों कंप्लीट है? सर क्योंकि इसमें दीज डेज लिखे हैं। ਇਹ ਨਾ ਸੈਂਟੈਂਸ ਆਪਣਾ ਇਨਕੰਪਲੀਟ ਹੋਵੇਗਾ। ਮੈਂ ਦੱਸਦਾ ਕਿਉਂ ਹੋਵੇਗਾ ਇਨਕੰਪਲੀਟ। ਲੈਟ ਅਸ ਸੇ ਕਿਸੇ ਟੀਚਰ ਦਾ ਨਾਮ ਹੈਗਾ ਮਿਸਟਰ ਰਾਜਦੀਪ। ਆਪਾਂ ਕਹਿ ਸਕਦੇ ਹਾਂ ਮਿਸਟਰ ਰਾਜਦੀਪ ਇਜ਼ ਲੀਨੀਐਂਟ ਅਬਾਊਟ ਮਾਰਕਸ ਥੀਸ ਡੇਜ਼। ਹੁਣ ਨਾ ਤਾਂ ਆਪਣੇ ਕੋਲੇ ਸਬਜੈਕਟ ਹੈਗਾ, ਨਾ ਹੀ ਆਪਣੇ ਕੋਲੇ ਕੋਈ ਵਰਬ ਹੈਗਾ। ਥੀਸ ਡੇਜ਼ ਇਹ ਜੋ ਹੈਗਾ ਇਹ ਆਪਣੇ ਆਬਜੈਕਟ ਦਾ ਪਾਰਟ ਹੀ ਹੈ, ਇਹ ਆਪਣੇ ਵਰਬ ਦਾ ਪਾਰਟ ਨਹੀਂ ਹੈਗਾ। ਤਾਂ ਇਨ ਦਿਸ ਕੇਸ ਕੀ ਆ? ਇਹ ਇਨਕੰਪਲੀਟ ਆ। ਵੈਸੇ ਇੱਕ ਹੋਰ ਤਰੀਕਾ ਹੈਗਾ ਇਹ ਚੈੱਕ ਕਰਨ ਦਾ, ਇਹ ਇਨਕੰਪਲੀਟ ਹੈ ਜਾਂ ਕੰਪਲੀਟ, ਉਹ ਮੈਂ ਤੁਹਾਨੂੰ ਐਂਡ ਉੱਤੇ ਦੱਸੂਗਾ ਕਿਉਂਕਿ ਜੇ ਮੈਂ ਹੁਣੇ ਦੱਸ ਦਿੰਦਾ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਊਗਾ। ਫਿਲਹਾਲ ਤੁਸੀਂ ਇਦਾਂ ਹੀ ਸੋਚੋ ਕਿ ਸੈਂਟੈਂਸ ਵਿੱਚ ਸਬਜੈਕਟ ਤੇ ਵਰਬ ਹੈਗੇ ਆ ਜਾਂ ਨਹੀਂ ਹੈਗੇ। ਇਸ ਸੈਂਟੈਂਸ ਵਿੱਚ ਆਪਣਾ ਸਬਜੈਕਟ ਮਿਸਿੰਗ ਆ। ਆਪਾਂ ਇਹ ਤਾਂ ਦੱਸਦਾ ਕਿ ਕੋਈ ਇਨਸਾਨ ਹੈਗਾ ਏ ਜਿਹੜਾ ਲੀਨੀਐਂਟ ਆ ਮਾਰਕਸ ਬਾਰੇ, ਖੁੱਲੇ ਮਾਰਕਸ ਦੇ ਦਿੰਦਾ। ਕੋਈ ਟੀਚਰ ਹੈਗਾ ਏ ਜੋ ਖੁੱਲੇ ਮਾਰਕਸ ਦੇ ਦਿੰਦਾ ਹੈ।
ਪਰ ਉਹ ਟੀਚਰ ਕੌਣ ਆ ਇਹ ਤਾਂ ਨਹੀਂ ਆਪਾਂ ਦੱਸਿਆ, ਤਾਂ ਆਪਾਂ ਇਹ ਕਹਿ ਸਕਦੇ ਹਾਂ ਆਪਣਾ ਸਬਜੈਕਟ ਮਿਸਿੰਗ ਆ ਇਸ ਵਿੱਚ। ਤਾਂ ਜੇ ਸਬਜੈਕਟ ਨਹੀਂ ਹੈਗਾ ਸੈਂਟੈਂਸ ਵਿੱਚ ਤਾਂ ਉਹ ਸੈਂਟੈਂਸ ਆਪਣਾ ਇਨਕੰਪਲੀਟ ਹੋਵੇਗਾ। ਫੋਰਥ, एक मिनट सर। ਓਕੇ, ਪਾਸਟਰ ਦਾ ਮੀਨਿੰਗ ਹੁੰਦਾ ਹੈ ਜੋ ਕ੍ਰਿਸਚੈਨਿਟੀ ਵਿੱਚ ਧਰਮ ਦਾ ਪ੍ਰਚਾਰਕ ਹੁੰਦਾ ਹੈ। ਜਿਵੇਂ ਆਪਾਂ ਸਿੱਖੀਜ਼ਮ ਵਿੱਚ ਗ੍ਰੰਥੀ ਕਹਿ ਦਿੰਦੇ ਆ, ਹਿੰਦੂਇਜ਼ਮ ਵਿੱਚ ਪੁਜਾਰੀ ਕਹਿ ਦਿੰਦੇ ਆ, ਇਸਲਾਮ ਵਿੱਚ ਆਪਣੇ ਮੌਲਾਨਾ ਹੁੰਦੇ ਨੇ, ਕਾਜ਼ੀ ਹੁੰਦੇ ਨੇ, ਉਸੇ ਤਰ੍ਹਾਂ कंप्लीट ਕ੍ਰਿਸਚੈਨਿਟੀ। है। ਹਾਂਜੀ ਕੰਪਲੀਟ ਹੈ, ਠੀਕ ਹੈ ਜੀ। यस सर। ਇਹ ਕੰਪਲੀਟ ਆ। ਹੁਣ ਇਹ ਸੈਂਟੈਂਸ ਕਿਉਂ ਕੰਪਲੀਟ ਆ? ਪਹਿਲਾਂ ਤਾਂ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ? ਆਈ ਦੀ ਗੱਲ ਕਰਦੇ ਹਾਂ। ਮੈਂ ਆਪਣੀ ਗੱਲ ਕਰ ਰਿਹਾ ਕਿ ਆਈ ਐਮ ਏ ਪਾਸਟਰ, ਤਾਂ ਮੈਂ ਜੋ ਹੈਗਾ ਏ ਇਹ ਕੀ ਹੋ ਗਿਆ? ਸਬਜੈਕਟ। ਆਪਣੇ ਕੋਲੇ ਕੋਈ ਅਜਿਹਾ ਇਨਸਾਨ ਜਾਂ ਕੋਈ ਚੀਜ਼ ਹੈਗੀ ਆ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਉਹ ਆਪਣਾ ਸਬਜੈਕਟ ਹੋ ਗਿਆ। ਐਮ ਕੀ ਆਪਣਾ? ਇਹ ਆਪਣਾ ਵਰਬ ਹੈ। ਤਾਂ ਦੋ ਚੀਜ਼ਾਂ ਹੋਣੀਆਂ ਜ਼ਰੂਰੀ ਹੁੰਦੀਆਂ ਨੇ, ਸਬਜੈਕਟ ਹੋਣਾ ਜ਼ਰੂਰੀ ਹੁੰਦਾ ਏ, ਵਰਬ ਹੋਣਾ ਜ਼ਰੂਰੀ ਹੁੰਦਾ ਏ। ਆਬਜੈਕਟ ਜਿਹੜਾ ਹੈਗਾ ਉਹ ਹੋਵੇ ਜਾਂ ਨਾ ਹੋਵੇ ਉਹ ਇੰਨਾ ਮੈਟਰ ਨਹੀਂ ਕਰਦਾ ਹੈਗਾ। ਤਾਂ ਇੱਥੇ ਆਪਣਾ ਫਿਰ ਸਬਜੈਕਟ ਵਰਡ ਕੀ ਹੋਵੇਗਾ? ਆਈ ਹੋਵੇਗਾ। ਉਸ ਤੋਂ ਬਾਅਦ ਫਿਫਥ ਜਿਹੜਾ ਹੈਗਾ ਉਸਨੂੰ ਜਸਰਾਜ, ਮੈਂ ਤੁਹਾਨੂੰ ਅਨਮਿਊਟ ਕਰ ਰਿਹਾ। ਗੋਲਡ ਤੁਸੀਂ ਮਿਊਟ ਕਰ ਸਕਦੇ ਹੋ ਆਪਣੇ ਆਪ ਨੂੰ। थैंक यू सर। ਵੈਲਕਮ ਜੀ। ਜਸਰਾਜ, ਫਿਫਥ ਦਾ ਆਨਸਰ ਕੀ ਹੈ? ਇਹ ਕੰਪਲੀਟ ਹੋਵੇਗਾ ਜਾਂ ਇਨਕੰਪਲੀਟ ਹੋਵੇਗਾ? कंप्लीट। ਕੰਪਲੀਟ ਹੋਵੇਗਾ ਜਾਂ ਇਨਕੰਪਲੀਟ? कंप्लीट। ਕੰਪਲੀਟ, ਓਕੇ। किस बेसिस होते किवें कंप्लीट होवेगा? सर क्योंकि इसमें हमें मतलब सब्जेक्ट भी अवेलेबल है, वर्ब भी अवेलेबल है, और ये भी बताया कि किस किस चीज पर मतलब ऑब्जेक्ट कौन बात सा कर है। रहे हैं हम, ठीक है। तो हमारा सब्जेक्ट वर्ड क्या होगा इस केस में? सर इसमें होगा रेखा। रेखा। बिकॉज वी आर टॉकिंग अबाउट रेखा, हम रेखा की बात कर रहे हैं, रेखा बारे आप गल कर रहे हैं, तो अपना जो सब्जेक्ट वर्ड की होगा? रेखा होगा, ठीक है। इस गोइंग की हैगा अपना वर्ब है, ते बाकी अपना ऑब्जेक्ट भी हैगा। अगला सेंटेंस कंप्लीट है या इनकंप्लीट? सर कंप्लीट। कंप्लीट, ओके। ਹੁਣ ਇਹਦੇ ਵਿੱਚ ਆਪਣਾ ਸਬਜੈਕਟ ਕੀ ਹੋਵੇਗਾ? ਸਬਜੈਕਟ ਵਰਡ ਕੀ ਹੋਵੇਗਾ? सर यू। यू, हाँ जी, ठीक है। सेवंथ? सर इट इज कंप्लीट। कंप्लीट क्यों हैगा जी ये? सर बिकॉज इसमें सब्जेक्ट भी अवेलेबल और हमें रीजन भी दिया हुआ है, मतलब क्या दिया हो? टाइम। सेकंड दूसरी की गल कही तुसी? सर मैंने कहा कि मतलब इसमें बताया भी हुआ है उसके बारे में, ठीक है। एज देखो नाम। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਪਹਿਲੀ ਗੱਲ ਤਾਂ ਇਹ ਆਪਣਾ ਸੈਂਟੈਂਸ ਕੰਪਲੀਟ ਨਹੀਂ ਇਨਕੰਪਲੀਟ ਹੋਵੇਗਾ। ਹੁਣ ਕਿਉਂ ਹੋਵੇਗਾ ਮੈਂ ਤੁਹਾਨੂੰ ਉਹ ਐਕਸਪਲੇਨ ਕਰ ਦਿੰਦਾ। ਮੈਂ ਆਈਸੀ ਲਿਖ ਦਿੰਦਾ ਤਾਂ ਕਿ ਨਹੀਂ ਤਾਂ ਪੂਰਾ ਹੀ ਲਿਖ ਦਿੰਦਾ। ਦੇਖੋ ਸੀਮਾ ਬਾਰੇ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ। ਸੀਮਾ ਆਪਣਾ ਸਬਜੈਕਟ ਹੈਗਾ ਏ। ਹੁਣ ਇਹ ਕਲਾਸਮੇਟ ਆਫ ਮਾਈਨ, ਇਹ ਕੀ ਆ? ਆਪਾਂ ਸੀਮਾ ਬਾਰੇ ਦੱਸ ਰਹੇ ਹਾਂ, ਬਟ ਉਹ ਕੀ ਕਰ ਰਹੀ ਆ ਜਾਂ ਉਹ ਹੈਗੀ ਆ ਇਹ ਤਾਂ ਨਹੀਂ ਆਪਾਂ ਲਿਖ ਰਹੇ। ਦੇਖੋ ਸੀਮਾ ਇਹ ਕਲਾਸਮੇਟ ਆਫ ਮਾਈਨ ਇਜ਼ ਸਟਡੀਇੰਗ। ਹੁਣ ਇਨ ਦਿਸ ਕੇਸ ਕੀ ਹੋਇਆ ਕਿ ਸੀਮਾ ਇਹ ਕਲਾਸਮੇਟ ਆਫ ਮਾਈਨ, ਇਹ ਤਾਂ ਆਪਾਂ ਸਾਰਾ ਉਹਦੇ ਬਾਰੇ ਹੀ ਦੱਸ ਰਹੇ ਹਾਂ ਨਾ, ਇਹ ਆਪਣਾ ਸਬਜੈਕਟ ਹੋ ਗਿਆ। ਆਹ ਆਪਣਾ ਜੋ ਇਸ ਹੈਗਾ ਵਰਬ ਹੈ। ਹੁਣ ਕਿਉਂਕਿ ਆਪਣਾ ਵਰਬ ਮਿਸਿੰਗ ਸੀਗਾ ਤਾਂ ਇਹ ਸੈਂਟੈਂਸ ਆਪਣਾ ਇਨਕੰਪਲੀਟ ਹੋਵੇਗਾ। ਕਿ ਕੱਲ ਆਪਾਂ ਦੇਖਿਆ ਸੀਗਾ ਕਿ ਸਬਜੈਕਟ ਦੇ ਅੱਗੇ ਦੋ ਪਾਰਟਸ ਹੁੰਦੇ ਨੇ। ਮੈਂ ਉੱਥੇ ਚਲਿਆ ਹੀ ਜਾਣਾ ਵਾਪਸ। ਕੱਲ ਜੋ ਆਪਾਂ ਚੀਜ਼ਾਂ ਕੀਤੀਆਂ ਸੀ ਉਹਨਾਂ ਨੂੰ ਇੱਕ ਵਾਰੀ ਦੇਖ ਲੈਂਦੇ ਹਾਂ। ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਬਜੈਕਟ ਦੇ ਆਪਣੇ ਦੋ ਪਾਰਟਸ ਹੁੰਦੇ ਨੇ, ਇੱਕ ਐਟਰੀਬਿਊਟ ਹੁੰਦਾ ਹੈ, ਇੱਕ ਸਬਜੈਕਟ ਵਰਡ ਹੁੰਦਾ ਹੈ। ਸਬਜੈਕਟ ਵਰਡ ਕੀ ਹੁੰਦਾ ਹੈ? ਉਹ ਮੇਨ ਚੀਜ਼ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਠੀਕ ਆ। ਇੱਥੇ ਆਪਣਾ ਉਹ ਮੇਨ ਚੀਜ਼ ਕੀ ਸੀ ਉਸ ਸੈਂਟੈਂਸ ਵਿੱਚ? ਸੀਮਾ ਸੀਗੀ। ਤੇ ਐਟਰੀਬਿਊਟ ਕੀ ਹੁੰਦਾ ਹੈ? ਉਹ ਸੈਟ ਆਫ ਵਰਡਸ ਜਿਹੜੇ ਆਪਾਂ ਨੂੰ ਆਪਣੇ ਸਬਜੈਕਟ ਵਰਡ ਬਾਰੇ ਦੱਸਦੇ ਨੇ। ਜਿਵੇਂ ਆਪਾਂ ਦੇਖਿਆ ਸੀਗਾ, ਆ ਦੇਖੋ, ਦ ਓਲਡ ਵੂਮਨ ਵਾਸ ਕ੍ਰੋਸਿੰਗ ਦ ਰੋਡ। ਹੁਣ ਵੂਮਨ ਬਾਰੇ ਆਪਾਂ ਗੱਲ ਕਰ ਰਹੇ ਹਾਂ, ਉਹ ਕਿਹੋ ਜੀ ਆ? ਦ ਓਲਡ, ਉਹ ਆਪਣਾ ਕੀ ਆ? ਉਹ ਆਪਣਾ ਐਟਰੀਬਿਊਟ ਹੈ। ਹੁਣ ਜੇ ਮੈਂ ਇੱਥੇ ਕਹਾਂ ਸੀਮਾ ਏ ਕਲਾਸਮੇਟ ਆਫ ਮਾਈਨ ਇਜ਼ ਸਟਡੀਇੰਗ। ਹੁਣ ਸੀਮਾ ਬਾਰੇ ਆਪਾਂ ਮੇਨਲੀ ਗੱਲ ਕਰ ਰਹੇ ਹਾਂ, ਤਾਂ ਇਹ ਆਪਣਾ ਸਬਜੈਕਟ ਵਰਡ ਆ।
ਇਹ ਕਲਾਸਮੇਟ ਆਫ ਮਾਈਨ ਆਪਾਂ ਉਹਦੇ ਬਾਰੇ ਹੀ ਦੱਸਿਆ ਏ ਕਿ ਉਹ ਕੀ ਹੈਗੀ ਆ, ਤਾਂ ਇਹ ਆਪਣਾ ਐਟਰੀਬਿਊਟ ਆ। ਸੋ ਜ਼ਰੂਰੀ ਨਹੀਂ ਹੁੰਦਾ ਕਿ ਐਟਰੀਬਿਊਟ ਆਪਣਾ ਹਮੇਸ਼ਾ ਅੱਗੇ ਹੀ ਲੱਗੇ, ਪਿੱਛੇ ਵੀ ਹੋ ਸਕਦਾ ਹੈ। ਤਾਂ ਇੱਥੋਂ ਤੱਕ ਤੁਹਾਨੂੰ ਸਮਝ ਆ ਗਈ ਕਿ ਜੋ ਚੀਜ਼ ਆਪਾਂ ਕਰ ਰਹੇ ਹਾਂ, ਕਿਸੇ ਨੂੰ ਡਾਊਟ ਹੋਵੇ ਕਿ ਕਿਉਂ ਆਪਾਂ ਇਹਨੂੰ ਇਨਕੰਪਲੀਟ ਕਹਿ ਰਹੇ ਹਾਂ। ਜਸਰਾਜ ਆ ਗਈ ਸਮਝ? यस सर। ਠੀਕ ਹੈ ਜੀ। ਅਗਲਾ ਜਿਹੜਾ ਸੈਂਟੈਂਸ ਆ ਉਹ ਕੰਪਲੀਟ ਆ ਜਾਂ ਇਨਕੰਪਲੀਟ ਹੈ? सर कंप्लीट है। ਕੰਪਲੀਟ, ਓਕੇ। ਹੁਣ ਇਹਦੇ ਵਿੱਚ ਫਿਰ ਆਪਣਾ ਸਬਜੈਕਟ ਵਰਡ ਕੀ ਹੋਊਗਾ? अस। ਅਸ, ਠੀਕ ਹੈ, ਵੈਰੀ ਗੁੱਡ। ਜੇ ਕਿਸੇ ਨੂੰ ਵੀ ਕੋਈ ਡਾਊਟ ਹੁੰਦੀ ਆ, ਹੁਣ ਜਿਵੇਂ ਮੈਂ ਇੱਕ ਟਾਈਮ ਉੱਤੇ ਇੱਕ ਸਟੂਡੈਂਟ ਨਾਲ ਗੱਲ ਕਰ ਰਿਹਾ, ਹੋ ਸਕਦਾ ਹੈ ਬਾਕੀ ਸਟੂਡੈਂਟਸ ਨੂੰ ਨਾ ਸਮਝ ਆਵੇ, ਤਾਂ ਤੁਸੀਂ ਮੈਨੂੰ ਚੈਟ ਵਿੱਚ ਦੱਸ ਸਕਦੇ ਹੋ ਕਿ ਹਾਂਜੀ ਸਾਨੂੰ ਨਹੀਂ ਸਮਝ ਆਇਆ, ਆਪਾਂ ਦੁਬਾਰਾ ਉਸ ਚੀਜ਼ ਨੂੰ ਮੈਂ ਐਕਸਪਲੇਨ ਕਰਨ ਨੂੰ ਅਲੱਗ ਤਰੀਕੇ ਨਾਲ ਵੀ ਐਕਸਪਲੇਨ ਆਪਾਂ ਕਰ ਸਕਦੇ ਹਾਂ। ਚਲੋ ਠੀਕ ਹੈ ਜਸਰਾਜ, ਤੁਸੀਂ ਆਪਣੇ ਆਪ ਨੂੰ ਮਿਊਟ ਕਰ ਸਕਦੇ ਹੋ, ਹੁਣ ਮੈਂ ਹੀ ਕਰ ਦਿੰਦਾ ਇਧਰੋਂ। ਤੇ ਹੁਣ ਮੈਂ ਸਮਾਂ ਦੇ ਰਿਹਾ ਹੈਗਾ ਰਵੀਨਾ ਨੂੰ। ਰਵੀਨਾ, ਠੀਕ ਹੈ। यस सर। ਰਵੀਨਾ, ਤੁਸੀਂ ਐਕਸਰਸਾਈਜ਼ ਕੀਤੀ ਹੈ? हाँ जी सर। ਠੀਕ ਹੈ, ਮੈਨੂੰ 9th ਬਾਰੇ ਦੱਸੋ। सर कंप्लीट है सेंटेंस। ਠੀਕ ਹੈ ਜੀ, ਸਹੀ ਹੈ। ਠੀਕ ਹੈ, ਕੰਪਲੀਟ ਹੈ ਸੈਂਟੈਂਸ। ਫਿਰ ਆਪਣਾ ਸਬਜੈਕਟ ਵਰਡ ਕੀ ਹੋਵੇਗਾ ਇਹਦੇ ਵਿੱਚ? बुक। ਪੁੱਟ ਦ ਬੁੱਕ ਡਾਊਨ, ਹਾਂਜੀ। ਸਬਜੈਕਟ ਵਰਡ ਆਪਣਾ Book। ਬੁੱਕ ਹੋਵੇਗਾ, ਤੇ ਜੇ ਆਪਾਂ ਪੂਰਾ ਸਬਜੈਕਟ ਦੱਸਣਾ ਹੁੰਦਾ ਫਿਰ ਆਪਾਂ ਦੋਨੋਂ ਵੀ ਵਿੱਚ ਇਨਕਲੂਡ ਕਰਨਾ ਸੀ, ਪਰ ਕਿਉਂਕਿ ਆਪਾਂ ਇੱਥੇ ਸਿਰਫ ਆਪਾਂ ਸਬਜੈਕਟ ਵਰਡ ਦੀ ਗੱਲ ਕਰ ਰਹੇ ਹਾਂ, ਤਾਂ ਫਿਰ ਆਪਾਂ ਸਿਰਫ ਬੁੱਕ ਲਿਖਾਂਗੇ। ਤੇ ਲਾਸਟ ਵਾਲਾ ਜਿਹੜਾ ਸੈਂਟੈਂਸ ਆ ਉਹ ਕੰਪਲੀਟ ਆ ਜਾਂ ਇਨਕੰਪਲੀਟ? इनकम्प्लीट है सर वो। ਇਨਕੰਪਲੀਟ ਹੈ, ਵੈਰੀ ਗੁੱਡ। सर वन डाउट इन 9th सर। ਹਾਂਜੀ ਦੱਸੋ। सर फिर ਉਹਦੇ ਵਿੱਚ ਸਬਜੈਕਟ ਕੀ ਹੋਏਗਾ? ਪੁੱਟ ਦਾ ਬੁੱਕ ਕੋ ਦ ਬੁੱਕ? ਸਿਰਫ ਦ ਬੁੱਕ। ਓਕੇ ਸਰ। ਹੁਣ ਉਹ ਕਿਉਂ ਹੋਵੇਗਾ ਮੈਂ ਤੁਹਾਨੂੰ ਦੱਸਦਾ। ਦੇਖੋ ਇਹਦੇ ਵਿੱਚ ਆਪਾਂ ਕੰਮ ਕੀ ਕਰ ਰਹੇ ਹਾਂ, ਆਪਾਂ ਬੁੱਕ ਨੂੰ ਰੱਖ ਰਹੇ ਹਾਂ ਟੇਬਲ ਉੱਤੇ, ਤਾਂ ਇੱਥੇ ਪੁੱਟ ਫਿਰ ਆਪਣਾ ਕੀ ਹੋਇਆ? ਇਹ ਆਪਣਾ ਵਰਬ ਹੋਇਆ, ਠੀਕ ਹੈ। ਵਰਬ ਹੋਇਆ। ਹਾਂਜੀ, ਮੈਂ ਤੁਹਾਨੂੰ ਦੱਸਿਆ ਸੀਗਾ ਨਾ, ਜ਼ਰੂਰੀ ਨਹੀਂ ਹੈਗਾ ਕਿ ਹਮੇਸ਼ਾ ਆਪਣਾ ਸਬਜੈਕਟ ਅੱਗੇ ਆਵੇ ਵਰਬ ਪਿੱਛੇ ਆਵੇ। ਕਈ ਕੇਸਿਸ ਵਿੱਚ ਇਦਾਂ ਵੀ ਹੋ ਸਕਦਾ ਹੈ ਕਿ ਜੋ ਆਪਣਾ ਵਰਬ ਹੈਗਾ ਉਹ ਅੱਗੇ ਆ ਰਿਹਾ ਹੈ ਤੇ ਆਪਣਾ ਸਬਜੈਕਟ ਪਿੱਛੇ ਆ ਰਿਹਾ ਹੈ। ਠੀਕ ਹੈ ਸਰ। ਠੀਕ ਹੈ, ਆ ਗਈ ਸਮਝ ਜੀ? ਵੈਸੇ ਮੈਂ ਤੁਹਾਨੂੰ, ਹਾਂਜੀ ਸਰ। ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਦਾ ਜਿਹਦੇ ਨਾਲ ਤੁਸੀਂ ਆਇਡੈਂਟੀਫਾਈ ਕਰ ਸਕਦੇ ਸੀ ਇਹ ਸੈਂਟੈਂਸ ਕੰਪਲੀਟ ਹੈਗੇ ਆ ਜਾਂ ਇਨਕੰਪਲੀਟ ਆ। ਉਹ ਤਰੀਕਾ ਕੀ ਹੈਗਾ? ਬੜਾ ਸਿੰਪਲ ਜਿਹਾ ਹੈਗਾ। ਆ ਜਿਵੇਂ ਸੈਂਟੈਂਸ ਹੈ, ਇਹਦੇ ਐਂਡ ਉੱਪਰ ਪੀਰੀਅਡ ਲੱਗਿਆ ਹੋਇਆ ਵਾ, ਤਾਂ ਮਤਲਬ ਇਹ ਸੈਂਟੈਂਸ ਕੰਪਲੀਟ ਆ। ਇਹਦੇ ਐਂਡ ਉੱਪਰ ਕੋਈ ਪੰਕਚੁਏਸ਼ਨ ਨਹੀਂ ਲੱਗੀ ਹੋਈ, ਮਤਲਬ ਇਨਕੰਪਲੀਟ ਆ। ਇਨਕੰਪਲੀਟ ਆ, ਕੰਪਲੀਟ ਆ, ਕੰਪਲੀਟ, ਕੰਪਲੀਟ, ਇਨਕੰਪਲੀਟ, ਕੰਪਲੀਟ, ਕੰਪਲੀਟ, ਇਨਕੰਪਲੀਟ। ਆ ਗਈ ਸਮਝ? ਕਿ ਜਿਹੜੇ ਵੀ ਸੈਂਟੈਂਸ ਕੰਪਲੀਟ ਹੋਣਗੇ ਉਹਨਾਂ ਦੇ ਐਂਡ ਉੱਤੇ ਕੋਈ ਨਾ ਕੋਈ ਪੰਕਚੁਏਸ਼ਨ ਤਾਂ ਲੱਗੀ ਹੋਵੇਗੀ। ਕਲੈਰਿਟੀ ਆ? ਯੈਸ ਸਰ। ਆ ਗਿਆ ਸਾਰਿਆਂ ਨੂੰ ਸਮਝ? ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਸੀਗਾ, ਆਪਾਂ ਸਬਜੈਕਟ ਤੇ ਪ੍ਰੈਡੀਕੇਟ ਕਰਨੇ ਸੀਗੇ, ਦੱਸਣੇ ਸੀਗੇ ਕਿ ਕਿਹੜਾ ਪਾਰਟ ਸਬਜੈਕਟ ਆ ਤੇ ਕਿਹੜਾ ਪਾਰਟ ਆਪਣਾ ਪ੍ਰੈਡੀਕੇਟ ਆ। ਹੁਣ ਫਰਸਟ ਸੈਂਟੈਂਸ ਵਿੱਚ ਆਪਣਾ ਕਿਹੜਾ ਸਬਜੈਕਟ ਆ ਰਵੀਨਾ? ਦ ਟ੍ਰੇਨ। ਦ ਟ੍ਰੇਨ। ਆਪਾਂ ਕਿਸ ਦੀ ਗੱਲ ਕਰ ਰਹੇ ਹਾਂ? ਆਪਾਂ ਦ ਟ੍ਰੇਨ ਦੀ ਗੱਲ ਕਰ ਰਹੇ ਹਾਂ। ਤੇ ਫਿਰ ਬਾਕੀ ਆਪਣਾ ਸਾਰਾ ਪਾਰਟ ਕੀ ਹੋ ਗਿਆ? ਪ੍ਰੈਡੀਕੇਟ। ਉਹ ਆਪਣਾ ਪ੍ਰੈਡੀਕੇਟ ਹੋ ਗਿਆ। ਠੀਕ ਹੈ ਜੀ। ਹੁਣ ਸੈਕਿੰਡ ਸੈਂਟੈਂਸ ਵਿੱਚ ਆਪਣਾ ਸਬਜੈਕਟ ਕੀ ਹੈ? ਸਰ ਯੂ ਆਰ ਮੇਬੀ। ਤੁਸੀਂ ਹੁਣ ਥੋੜਾ ਜਿਹਾ ਇਦਾਂ ਸੋਚੋ, ਜੇ ਕਿਸੇ ਨੇ ਹੋਰ ਨੇ ਵੀ ਯੂ ਆਰ ਲਿਖਿਆ ਹੋਇਆ, ਤਾਂ ਆਪਣੇ ਆਪ ਨੂੰ ਜਦੋਂ ਵੀ ਤੁਸੀਂ ਸਬਜੈਕਟ ਬਾਰੇ ਸੋਚਣਾ ਹੈ ਕਿ ਸਬਜੈਕਟ ਵਿੱਚ ਕਿਸ ਦੀ ਗੱਲ ਹੋ ਰਹੀ ਹੈ, ਆਪਾਂ ਇਹ ਪੁੱਛਣਾ ਹੈਗਾ ਕਿ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ ਇਸ ਸੈਂਟੈਂਸ ਵਿੱਚ, ਕਿਸ ਦੀ ਗੱਲ ਕਰ ਰਹੇ ਹਾਂ? ਨੋਟੀ ਬॉय। ਇਹ ਨੋਟੀ ਬॉय। ਤਾਂ ਫਿਰ ਆਪਣਾ ਸਬਜੈਕਟ ਕੀ ਹੋਵੇਗਾ? ਇਹ ਨੋਟੀ ਬॉय। ਹੁਣ ਜਿਹੜਾ ਯੂ ਵਰਤਿਆ ਗਿਆ ਹੈ ਉਹ ਤਾਂ ਇਹ ਨੋਟੀ ਬॉय ਲਈ ਵਰਤਿਆ ਗਿਆ ਨਾ। ਹਾਂਜੀ। ਤੂੰ ਕਿੰਨਾ ਨੋਟੀ ਬॉय ਹੈ, ਮੇਨਲੀ ਤਾਂ ਆਪਾਂ ਨੋਟੀ ਬॉय ਦੀ ਗੱਲ ਕਰ ਰਹੇ ਹਾਂ। ਯੂ ਤਾਂ ਉਹਦੀ ਜਗ੍ਹਾ ਉੱਤੇ ਪ੍ਰੋਨਾਊਨ ਵਰਤਿਆ ਗਿਆ ਹੈ, ਤਾਂ ਸਿਰਫ ਆਪਾਂ ਇਹ ਨੋਟੀ ਬॉय ਨੂੰ ਸਬਜੈਕਟ ਮੰਨਾਂਗੇ। ਤਾਂ ਫਿਰ ਪ੍ਰੈਡੀਕੇਟ ਇਹਦਾ ਕੀ ਹੋਊਗਾ? ਯੂ ਆਰ ਸਰ। ਯੂ ਆਰ। ਵਾਟ। ਹੁਣ ਦੇਖੋ ਅਜਿਹੇ ਜਿਹੜੇ ਸੈਂਟੈਂਸ ਆ, ਜਿਵੇਂ ਆਪਣਾ ਪਹਿਲਾ ਸੈਂਟੈਂਸ ਸੀਗਾ, ਇਹਦੇ ਵਿੱਚ ਤਾਂ ਆਪਣਾ ਸਬਜੈਕਟ ਅੱਗੇ ਲਿਖਿਆ ਹੋਇਆ ਸੀਗਾ, ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਸਬਜੈਕਟ ਅੱਗੇ ਲਿਖਿਆ ਹੈਗਾ, ਬਾਕੀ ਦਾ ਸਾਰਾ ਪਾਰਟ ਕੀ ਹੋ ਗਿਆ? ਪ੍ਰੈਡੀਕੇਟ ਹੋ ਗਿਆ। ਬਟ ਸੈਕਿੰਡ ਕੇਸ ਵਿੱਚ ਅਜਿਹਾ ਨਹੀਂ ਹੈਗਾ। ਸੈਕਿੰਡ ਸੈਂਟੈਂਸ ਵਿੱਚ ਕੀ ਆ? ਆਪਣਾ ਸਬਜੈਕਟ ਜਿਹੜਾ ਵਿਚਾਲੇ ਆ ਰਿਹਾ, ਤਾਂ ਫਿਰ ਆਪਣੇ ਕੋਲੇ ਪ੍ਰੈਡੀਕੇਟ ਦੇ ਦੋ ਆਪਸ਼ਨਸ ਨੇ।
ਪਹਿਲਾ ਤਾਂ ਹੈਗਾ ਕਿ ਆਪਾਂ ਵਟ ਨੂੰ ਪ੍ਰੈਡੀਕੇਟ ਕਹਿ ਸਕਦੇ ਹਾਂ, ਦੂਸਰਾ ਆਪਾਂ ਯੂ ਆਰ ਨੂੰ ਪ੍ਰੈਡੀਕੇਟ ਕਹਿ ਸਕਦੇ ਹਾਂ। ਤਾਂ ਫਿਰ ਆਪਾਂ ਕਿਵੇਂ ਕਲੀਅਰ ਕਰਾਂਗੇ ਕਿ ਪ੍ਰੈਡੀਕੇਟ ਇਹਨਾਂ ਦੋਵਾਂ ਵਿੱਚੋਂ ਕਿਹੜਾ ਹੈ? ਆਪਾਂ ਉਸ ਪਾਰਟ ਨੂੰ ਪ੍ਰੈਡੀਕੇਟ ਮੰਨਾਂਗੇ ਜਿਹਦੇ ਵਿੱਚ ਆਪਣਾ ਵਰਬ ਆ ਰਿਹਾ ਹੈ, ਤੇ ਇਹ ਆਪਣਾ ਵਰਬ ਹੈ। ਠੀਕ ਹੈ ਜੀ। ਉਸ ਦੇ ਬੇਸਿਸ ਉੱਤੇ ਆਪਾਂ ਡਿਸਾਈਡ ਕਰਾਂਗੇ ਕਿ ਜੇ ਦੋ ਪਾਰਟਸ ਤੁਹਾਡੇ ਕੋਲੇ ਬਚਨ ਸਬਜੈਕਟ ਨੂੰ ਛੱਡ ਕੇ, ਤਾਂ ਕਿਹੜਾ ਪਾਰਟ ਪ੍ਰੈਡੀਕੇਟ ਆ ਜਿਹਦੇ ਵਿੱਚ ਆਪਣਾ ਵਰਬ ਆ ਰਿਹਾ ਹੈ। ਕਲੈਰਿਟੀ ਆ ਇੱਥੋਂ ਤੱਕ? ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਨੋ ਡਾਊਟ, ਓਕੇ। ਬਾਕੀ ਸਾਰਿਆਂ ਨੂੰ ਵੀ ਕਲੀਅਰ ਆ? ਠੀਕ ਆ ਜੀ, ਵੈਰੀ ਗੁੱਡ। ਉਸ ਤੋਂ ਬਾਅਦ ਰਵੀਨਾ, ਹੁਣ ਮੈਂ ਕਿਸੇ ਹੋਰ ਨੂੰ ਐਕਸੈਸ ਦਿੰਨਾ ਹੈਗਾ, ਤੁਹਾਨੂੰ ਮੈਂ ਮਿਊਟ ਕਰਦਾ। ਹਾਂਜੀ ਠੀਕ ਹੈ ਹਾਂਜੀ ਜੀ। ਹਾਂਜੀ ਸਰ। ਗੁਰਸੇਵਕ ਸਿੰਘ, ਹਾਂਜੀ, ਥਰਡ ਸੈਂਟੈਂਸ ਆਪਣਾ ਵੀਰੇ। ਥਰਡ ਸੈਂਟੈਂਸ ਦੇ ਵਿੱਚ ਆਪਣਾ ਯੂ ਮਸਟ ਸਬਜੈਕਟ ਐਂਡ ਅਟੈਂਡ ਦ ਮੀਟਿੰਗ ਟੁਡੇ ਇਜ਼ ਅ ਪ੍ਰੈਡੀਕੇਟ। ਦੇਖੋ ਇਹਦੇ ਵਿੱਚ ਆਪਣੀ ਥੋੜੀ ਜਿਹੀ ਗਲਤੀ ਹੈਗੀ ਆ। ਯੂ ਜਿਹੜਾ ਹੈਗਾ ਉਹ ਆਪਣਾ ਕੱਲਾ ਸਬਜੈਕਟ ਹੋਵੇਗਾ, ਮਸਟ ਨਹੀਂ ਹੋਵੇਗਾ। ਓਕੇ, ਸਮਝ ਗਏ? ਹੁਣ ਆਪਾਂ ਜੇ ਕੁਐਸਚਨ ਪੁੱਛਣਾ ਹੋਵੇ ਕਿ ਇਸ ਸੈਂਟੈਂਸ ਵਿੱਚ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ, ਕਿਸ ਦੀ ਗੱਲ ਕਰ ਰਹੇ ਹਾਂ? ਤੇਰੀ ਗੱਲ ਕਰ ਰਹੇ ਹਾਂ, ਸਿਰਫ ਯੂ ਦੀ ਗੱਲ ਕਰ ਰਹੇ ਹਾਂ। ਤਾਂ ਬਾਕੀ ਦਾ ਜਿਹੜਾ ਆਪਣਾ ਪਾਰਟ ਸਾਰਾ ਪ੍ਰੈਡੀਕੇਟ ਹੋਵੇਗਾ। ਮਸਟ ਦਾ ਮਤਲਬ ਕੀ ਹੁੰਦਾ ਹੈ? ਕਿਸੇ ਨੂੰ ਕੋਈ ਚੀਜ਼ ਕਹਿਣਾ ਵੀ ਤੈਨੂੰ ਆਹ ਕਰਨੀ ਹੀ ਪੈਣੀ ਆ, ਪੱਕਾ ਇਹ ਚੀਜ਼ ਤੈਨੂੰ ਕਰਨੀ ਪੈਣੀ ਆ, ਤੂੰ ਇਹ ਛੱਡ ਨਹੀਂ ਸਕਦਾ ਹੈਗਾ। ਤਾਂ ਇੱਥੇ ਉਹ ਚੀਜ਼ ਫਿਰ ਪ੍ਰੈਡੀਕੇਟ ਦਾ ਪਾਰਟ ਹੋਊਗੀ। ਆਵੇ ਥੱਲੇ ਵੀ ਮੇਰੇ ਸਟੂਡੈਂਟ ਨੇ ਇੱਕ ਨੇ ਡਾਊਟ ਪੁੱਛੀ ਸੀ, ਡੂ ਵੀ ਸਟਾਰਟ ਦਾ ਪ੍ਰੈਡੀਕੇਟ ਫਰੋਮ ਦਾ ਹੈਲਪਿੰਗ ਵਰਬ? ਜਿਹੜਾ ਅਟੈਂਡ ਹੈਗਾ ਇਹ ਤਾਂ ਆਪਣਾ ਮੇਨ ਵਰਬ ਆ, ਜੋ ਆਪਾਂ ਮੇਨ ਕੰਮ ਕਰਨਾ ਹੀ ਕਰਨਾ ਹੈ। ਮਸਟ ਕੀ ਆ? ਇਹ ਆਪਣਾ ਇੱਕ ਤਰ੍ਹਾਂ ਦਾ ਹੈਲਪਿੰਗ ਵਰਬ ਆ, ਆਕਸਿਲਰੀ ਵਰਬ ਵੀ ਇਹਨੂੰ ਕਹਿ ਦਿੰਦੇ ਨੇ। ਤਾਂ ਆਪਾਂ ਇੱਥੋਂ ਹੀ ਪ੍ਰੈਡੀਕੇਟ ਸ਼ੁਰੂ ਕਰ ਦੇਣਾ ਹੁੰਦਾ। ਆਪਾਂ ਮੇਨ ਵਰਬ ਤੋਂ ਸ਼ੁਰੂ ਨਹੀਂ ਕਰਨਾ ਹੁੰਦਾ, ਜੋ ਆਪਣਾ ਹੈਲਪਿੰਗ ਵਰਬ ਆ ਉੱਥੋਂ ਹੀ ਆਪਾਂ ਪ੍ਰੈਡੀਕੇਟ ਸ਼ੁਰੂ ਕਰ ਦੇਣਾ ਹੈ। ਜਾਂ ਮੋਡਾਲਸ ਵਗੈਰਾ ਜੋ ਵੀ ਲਿਖੇ ਹੋਣ, ਬਾਕੀ ਸਾਰੀਆਂ ਚੀਜ਼ਾਂ ਪ੍ਰੈਡੀਕੇਟ ਦੀਆਂ ਪਾਰਟ ਹੋਣਗੀਆਂ। ਆ ਗਈ ਕਲੈਰਿਟੀ? ਜੀ ਠੀਕ ਆ। ਫੋਰਥ ਵਿੱਚ ਦੱਸੋ। ਦ ਸਟੂਡੈਂਟਸ ਸਬਜੈਕਟ। ਹਾਂਜੀ, ਇਹਦੇ ਚ ਆਪਣੇ ਦੋ ਸਬਜੈਕਟ, ਸਕੂਲ। ਠੀਕ ਹੈ, ਇਹ ਵੀ ਬਹੁਤ ਸਹੀ ਡਾਊਟ ਹੈ, ਮੈਂ ਇਸ ਨੂੰ ਲਿਖ ਵੀ ਲਵਾਂ ਥੱਲੇ। ਕੁਐਸਚਨ 4 ਵਿੱਚ ਤੁਹਾਨੂੰ ਡਾਊਟ ਹੈ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਨਾਰਮਲੀ ਨਾ ਕਈ ਵਾਰੀ ਇੱਕ ਸੈਂਟੈਂਸ ਵਿੱਚ ਇੱਕ ਤੋਂ ਜ਼ਿਆਦਾ ਨਾਉਨ ਹੋ ਸਕਦੇ ਨੇ। ਜਿਵੇਂ ਸਟੂਡੈਂਟਸ ਆਪਣਾ ਨਾਉਨ ਹੈ, ਸਕੂਲ ਆਪਣਾ ਨਾਉਨ ਹੈ, ਕੋਰੀਡੋਰ ਆਪਣਾ ਨਾਉਨ ਹੈਗਾ ਏ। ਪਰ ਜਦੋਂ ਆਪਾਂ ਪੂਰੇ ਸੈਂਟੈਂਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਮੇਨਲੀ ਕਿਸ ਦੀ ਗੱਲ ਕਰ ਰਹੇ ਹਾਂ? ਆਪਾਂ ਮੇਨਲੀ ਤਾਂ ਸਟੂਡੈਂਟਸ ਦੀ ਹੀ ਗੱਲ ਕਰ ਰਹੇ ਹਾਂ ਨਾ। ਆਪਾਂ ਸਕੂਲ ਦੇ ਕੋਰੀਡੋਰ ਦੀ ਨਹੀਂ ਨਾ ਗੱਲ ਕਰ ਰਹੇ। ਤਾਂ ਆਪਾਂ ਸਿਰਫ ਦ ਸਟੂਡੈਂਟਸ ਨੂੰ ਆਪਣਾ ਸਬਜੈਕਟ ਮੰਨਾਂਗੇ, ਬਾਕੀ ਨੂੰ ਆਪਾਂ ਸਬਜੈਕਟ ਆਪਾਂ ਨਹੀਂ ਮੰਨਾਂਗੇ। ਆ ਗਈ ਕਲੈਰਿਟੀ? ਹੁਣ ਆਹ ਜਿਹੜਾ ਹੈਗਾ ਵਾਕਡ ਅਰਾਊਂਡ, ਵਾਕਡ ਆਪਣਾ ਵਰਬ ਆ, ਇੱਥੋਂ ਆਪਣਾ ਪ੍ਰੈਡੀਕੇਟ ਸ਼ੁਰੂ ਹੋ ਜਾਣਾ ਹੈ। ਤਾਂ ਇਹ ਬਾਕੀ ਸਾਰਾ ਕੀ ਹੋ ਜਾਊਗਾ? ਪ੍ਰੈਡੀਕੇਟ। ਬੇਸਿਕਲੀ ਆਪਾਂ ਸਬਜੈਕਟ ਜਿਸ ਦੀ ਮੇਨਲੀ ਗੱਲ ਕਰ ਰਹੇ ਹਾਂ ਉਸਨੂੰ ਹੀ ਆਪਾਂ ਸਬਜੈਕਟ ਮੰਨਣਾ ਹੈ, ਬਾਕੀਆਂ ਨੂੰ ਆਪਾਂ ਸਬਜੈਕਟ ਨਹੀਂ ਮੰਨਣਾ। ਫਿਫਥ ਦਾ ਆਨਸਰ ਦੇ ਦਿਓ ਜੀ। ਯੂ ਇਜ਼ ਦਾ ਆਪਣਾ ਸਬਜੈਕਟ, ਬਾਕੀ ਆਪਣਾ ਪ੍ਰੈਡੀਕੇਟ ਹੈ। ਹਾਂਜੀ, ਬਾਕੀ ਆਪਣਾ ਸਾਰਾ ਪ੍ਰੈਡੀਕੇਟ ਹੋ ਗਿਆ। ਸਿਕਸਥ ਦਾ ਆਨਸਰ ਸੋਕਰੇਟ ਆਪਣਾ ਸਬਜੈਕਟ ਹੈ, ਬਾਕੀ ਆਪਣਾ ਪ੍ਰੈਡੀਕੇਟ ਹੈ। ਠੀਕ ਆ। ਸੋਕਰੇਟਸ ਜਿਹੜਾ ਆਪਣਾ ਹੈਗਾ ਏ ਉਹ ਆਪਣਾ ਸਬਜੈਕਟ ਹੈ, ਬਾਕੀ ਆਪਣਾ ਸਾਰਾ ਪ੍ਰੈਡੀਕੇਟ ਹੈ। ਠੀਕ ਹੈ ਜੀ, ਕਿਉਂਕਿ ਆਪਾਂ ਸੋਕਰੇਟਸ ਦੀ ਗੱਲ ਕਰ ਰਹੇ ਹਾਂ। ਸੋਕਰੇਟਸ ਇੱਕ ਬੰਦੇ ਦਾ ਨਾਮ ਸੀਗਾ। ਗ੍ਰੀਸ ਕੰਟਰੀ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਗ੍ਰੀਕ ਕਿਹਾ ਜਾਂਦਾ ਹੈ, ਤੇ ਫਿਲਾਸਫਰ ਉਹ ਲੋਕ ਹੁੰਦੇ ਆ ਜਿਹੜੇ ਕਿਸੇ ਦੀਆਂ ਡੂੰਘੀਆਂ ਚੀਜ਼ਾਂ ਬਾਰੇ, ਜ਼ਿੰਦਗੀ ਬਾਰੇ ਵਿਚਾਰ ਵਿਮਰਸ਼ ਕਰਦੇ ਆ। ਤਾਂ ਸੋਕਰੇਟਸ ਉਸ ਬੰਦੇ ਦਾ ਨਾਮ ਸੀ ਜਿਹੜਾ ਗ੍ਰੀਸ ਨੂੰ ਬਿਲੋਂਗ ਕਰਦਾ ਸੀ ਤੇ ਇੱਕ ਫਿਲਾਸਫਰ ਸੀਗਾ। ਗੋਲਡ? यस ਮੈਂ सर। ਹਾਂਜੀ, 7th ਦਾ ਆਨਸਰ ਦਿਓ। ਗੁਰਸੇਵ ਕੋਨਾ ਟਾਈਮ ਤੁਸੀਂ ਮਾੜੀ ਜੀ ਆਪਣੀ ਪ੍ਰੋਬਲਮ ਸੋਲਵ ਕਰਕੇ ਦੇਖ ਲਓ ਵੀ ਜੇ ਹੁੰਦੀ ਆ ਤਾਂ। सर 7th का ਹਾਂਜੀ सर द टूरिस्ट। ਦਾ ਟੂਰਿਸਟ। ਹੁਣ ਦੇਖੋ ਇਹਦੇ ਵਿੱਚ ਕੀ ਆਪਣੀ ਗਲਤੀ ਹੈਗੀ ਆ? ਸਿਰਫ ਇਹ ਨਹੀਂ, ਇਹ ਵੀ ਆਪਣਾ ਜਿਹੜਾ ਪਾਰਟ ਹੈਗਾ ਇਹ ਵੀ ਸਬਜੈਕਟ ਦਾ ਪਾਰਟ ਹੋਵੇਗਾ। ਇਹ ਸਾਰਾ ਆਪਣਾ ਸਬਜੈਕਟ ਹੋਵੇਗਾ। ਕਿਉਂ ਹੋਵੇਗਾ? ਜਿਵੇਂ ਹੁਣ ਆਪਾਂ ਇੱਥੇ ਦੇਖਦੇ ਹਾਂ, ਇਹ ਨੋਟੀ ਬॉय, ਠੀਕ ਆ। यस सर। ਇਸ ਸੈਂਟੈਂਸ ਵਿੱਚ ਆਪਾਂ ਲਿਖਿਆ ਕਿ ਵਾਟ ਏ ਨੋਟੀ ਬॉय ਯੂ ਆਰ। ਹੁਣ ਜੇ ਮੈਂ ਲਿਖਾਂ a boy who is very naughty is outside,
ਇੱਕ ਬੱਚਾ ਜਿਹੜਾ ਬਹੁਤ ਜ਼ਿਆਦਾ ਨੋਟੀ ਹੈ ਉਹ ਬਾਹਰ ਖੜਾ ਹੈ, ਤਾਂ ਆਪਾਂ ਸਿਰਫ ਇਹ ਬॉय ਨੂੰ ਨਹੀਂ ਨਾ ਸਬਜੈਕਟ ਮੰਨਾਂਗੇ, ਸਾਰੇ ਨੂੰ ਸਬਜੈਕਟ ਮੰਨਾਂਗੇ, ਕਿਉਂਕਿ ਜੋ ਨੋਟੀ ਹੈਗਾ ਏ ਉਹ ਇਸ ਨੂੰ ਐਕਸਪਲੇਨ ਕਰ ਰਿਹਾ ਹੈ ਕਿ ਬੱਚਾ ਕਿਹੋ ਜਿਹਾ ਹੈਗਾ ਏ। ਆਈ ਸਮਝ? Yes, sir. ਹੁਣ ਉਹੀ ਚੀਜ਼ ਇੱਥੇ ਆ, ਇੱਥੇ ਮੈਂ ਇਦਾਂ ਵੀ ਲਿਖ ਸਕਦਾ ਸੀਗਾ the angry and tired students, ਇਦਾਂ ਵੀ ਲਿਖ ਸਕਦੇ ਸੀਗੇ ਨਾ ਆਪਾਂ, insisted on, ਫਿਰ ਆਪਣਾ ਪੂਰਾ ਇਹ ਸੈਂਟੈਂਸ ਹੋ ਜਾਣਾ ਸੀ ਅੱਗੇ। ਹੁਣ ਜੇ ਮੈਂ ਇਦਾਂ ਲਿਖਦਾ ਤਾਂ ਤੁਸੀਂ ਇਹਨੂੰ ਪੂਰੇ ਨੂੰ ਸਬਜੈਕਟ ਕਹਿਣਾ ਸੀਗਾ ਨਾ। Yes, sir. ਹਾਂ, ਉਹੀ ਚੀਜ਼ ਆ ਵੀ ਜਦੋਂ ਵੀ ਕਦੇ ਮੂਰੇ ਕਿਸੇ ਦੀ ਗੱਲ ਕੀਤੀ ਹੋਵੇ, ਸਬਜੈਕਟ ਦੀ ਕਿਸੇ ਦੀ ਗੱਲ ਕੀਤੀ ਹੋਵੇ, ਉਸ ਤੋਂ ਬਾਅਦ ਜੇ ਕੌਮਾਸ ਵਿੱਚ ਇਨਫੋਰਮੇਸ਼ਨ ਐਡੀਸ਼ਨਲ ਦਿੱਤੀ ਗਈ ਹੈ ਨਾ, ਆ ਜੋ ਐਡੀਸ਼ਨਲ ਇਨਫੋਰਮੇਸ਼ਨ ਹੈਗੀ ਆ ਇਹ ਆਪਣਾ ਐਟਰੀਬਿਊਟ ਹੋਵੇਗਾ, ਠੀਕ ਆ, ਤੇ ਐਟਰੀਬਿਊਟ ਵੀ ਆਪਣੇ ਸਬਜੈਕਟ ਦਾ ਪਾਰਟ ਹੀ ਹੁੰਦਾ ਹੈ, ਤਾਂ ਇਹਨੂੰ ਆਪਾਂ ਸਬਜੈਕਟ ਹੀ ਮੰਨਾਂਗੇ ਪੂਰੇ ਨੂੰ। ਦਾ ਟੂਰਿਸਟ ਐਂਗਰੀ ਐਂਡ ਟਾਇਰਡ, ਇਹ ਪੂਰਾ ਆਪਣਾ ਸਬਜੈਕਟ ਹੋਵੇਗਾ, ਕੱਲਾ ਇਹ ਆਪਣਾ ਮੂਰਲਾ ਸਬਜੈਕਟ ਨਹੀਂ ਹੋਵੇਗਾ। ਇੱਥੋਂ ਤੱਕ ਕਲੀਅਰ ਹੈ ਸਾਰਿਆਂ ਨੂੰ? Yes, sir. ਠੀਕ ਹੈ ਜੀ। 9th ਦਾ ਐਗਜ਼ਾਮਪਲ, 9th ਦਾ ਆਨਸਰ, ਸੌਰੀ। Sir, watch. Could you bring the bouquet of flowers please? ਇਹਦਾ ਆਨਸਰ ਕੀ ਹੋਵੇਗਾ? Oh, sorry. Sir, bouquet. You, ਠੀਕ ਹੈ। ਨਾਰਮਲੀ ਇਹਨਾਂ ਸੈਂਟੈਂਸਸ ਵਿੱਚ ਆਪਾਂ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਇੱਥੇ ਆਪਾਂ ਕਿਹਦੀ ਗੱਲ ਕਰ ਰਹੇ ਹਾਂ, ਤੁਹਾਡੀ ਗੱਲ ਕਰ ਰਹੇ ਹਾਂ ਕਿ ਕੀ ਤੁਸੀਂ ਬੁੱਕੇ ਆਫ ਫਲਾਵਰਸ ਲੈ ਕੇ ਆਓਗੇ, ਤਾਂ ਇੱਥੇ ਯੂ ਹੋਵੇਗਾ ਆਪਣਾ, ਬੁੱਕੇ ਆਫ ਫਲਾਵਰਸ ਆਪਣਾ ਆਨਸਰ ਨਹੀਂ ਹੋਵੇਗਾ, ਠੀਕ ਹੈ। ਉਸ ਪਹਿਲਾਂ ਆਪਾਂ ਉਸ ਬੰਦੇ ਦੀ ਗੱਲ ਕਰ ਰਹੇ ਹਾਂ, ਫਿਰ ਆਪਾਂ ਉਹਦੇ ਤੋਂ ਪੁੱਛ ਰਹੇ ਹਾਂ ਕਿ ਤੁਸੀਂ ਬੁੱਕੇ ਆਫ ਫਲਾਵਰਸ ਲੈ ਕੇ ਆਓਗੇ ਜਾਂ ਨਹੀਂ ਲੈ ਕੇ ਆਓਗੇ। 9th ਦਾ ਆਨਸਰ ਕੀ ਹੈਗਾ ਜੀ? ਸੌਰੀ, 8th ਨੂੰ ਪਹਿਲਾਂ ਕੰਪਲੀਟ ਕਰ ਲਈਏ। ਇਹਦੇ ਵਿੱਚ ਪ੍ਰੈਡੀਕੇਟ ਕੀ ਹੋਵੇਗਾ ਗੋਲਡ? ਸੋ ਬ੍ਰਿੰਗ ਦ ਬੁਕੇਟ ਆਫ ਫਲਾਵਰਸ। ਬ੍ਰਿੰਗ ਦਾ ਬੁੱਕੇ ਆਫ ਫਲਾਵਰਸ, ਬੁਕੇਟ ਨਹੀਂ ਕਹਿਣਾ, ਠੀਕ ਹੈ, ਟੀ ਜਿਹੜੀ ਹੈਗੀ ਉਹ ਆਪਣੀ ਸਾਇਲੈਂਟ ਹੈ। ਬ੍ਰਿੰਗ ਦਾ ਬੁੱਕੇ ਆਫ ਫਲਾਵਰਸ ਪਲੀਜ਼, ਇਹ ਸਾਰਾ ਆਪਣਾ ਕੀ ਹੋਊਗਾ? ਇਹ ਆਪਣਾ ਪ੍ਰੈਡੀਕੇਟ ਹੋਊਗਾ। ਪ੍ਰੈਡੀਕੇਟ ਕਿਉਂ ਹੋਊਗਾ? ਕਿਉਂਕਿ ਜੋ ਆਪਣਾ ਵਰਬ ਹੈਗਾ ਉਹ ਇਸੇ ਹਿੱਸੇ ਵਿੱਚ ਆ, ਠੀਕ ਹੈ ਜੀ। 9th ਦਾ ਆਨਸਰ ਕੌਣ ਦੇਣਾ ਚਾਹੂਗਾ? Sir, 9th का we will subject. ਸਿਰਫ ਵੀ ਆਹ ਦੱਸਿਆ ਸੀ ਨਾ ਕਿ ਜਿਹੜੇ ਹੈਲਪਿੰਗ ਵਰਬ ਨੇ, ਦੇਖੋ ਵਾਚ ਆਪਣਾ ਮੇਨ ਵਰਬ ਹੈ ਜੋ ਆਪਾਂ ਮੇਨਲੀ ਕੰਮ ਕਰਨਾ ਹੈ, ਤੇ ਜੋ ਆਪਣਾ ਨਾਲ ਹੈਲਪਿੰਗ ਵਰਬ ਹੈਗਾ ਏ ਉਹ ਵੀ ਪ੍ਰੈਡੀਕੇਟ ਦਾ ਹੀ ਪਾਰਟ ਹੋਵੇਗਾ, ਤਾਂ ਇਹ ਸਾਰਾ ਪ੍ਰੈਡੀਕੇਟ ਹੋਵੇਗਾ, ਠੀਕ ਹੈ ਜੀ। आ गई क्लैरिटी? Yes, sir. 10th का आंसर? Sir, the animals at the zoo subject looked shaken by the loud noise. Predicate. ठीक है जी। ਹੁਣ ਇਹ ਪੂਰਾ ਜਿਹੜਾ ਹੈਗਾ ਇਹ ਆਪਣਾ ਸਬਜੈਕਟ ਹੈ। ਭਲਾ ਆਪਾਂ ਸਿਰਫ ਐਨੀਮਲਸ ਦੀ ਗੱਲ ਕਰ ਰਹੇ ਹਾਂ, ਬਟ ਉਹ ਕਿੱਥੇ ਹੈਗੇ ਨੇ ਉਹਨਾਂ ਬਾਰੇ ਡਿਸਕ੍ਰਾਈਬ ਕੀ ਚੀਜ਼ ਕਰ ਰਹੀ ਹੈ? ਐਟ ਦਾ ਜ਼ੂ ਤੇ ਦ ਕਰ ਰਿਹਾ ਹੈ, ਤਾਂ ਉਹ ਸਾਰਾ ਆਪਣਾ ਸਬਜੈਕਟ ਦਾ ਪਾਰਟ ਹੋਵੇਗਾ। ਦਾ ਐਨੀਮਲਸ ਐਟ ਦਾ ਜ਼ੂ ਆਪਣਾ ਸਬਜੈਕਟ ਹੈ, ਬਾਕੀ ਸਾਰਾ ਆਪਣਾ ਪ੍ਰੈਡੀਕੇਟ ਹੈ। ਇੱਥੋਂ ਤੱਕ ਕਲੀਅਰ ਆ ਸਾਰਿਆਂ ਨੂੰ? ਕਿਸੇ ਨੂੰ ਕੋਈ ਡਾਊਟ ਹੋਵੇ? ਰਵੀਨਾ? ਨੋ ਸਰ, ਕਲੀਅਰ ਹੈ। ਠੀਕ ਹੈ। ਜਸਰਾਜ? Yes, sir, clear है. ਠੀਕ ਹੈ ਜੀ, ਚਲੋ ਆਪਾਂ ਅੱਗੇ ਚੱਲਦੇ ਹਾਂ ਫਿਰ। ਆਇਡੈਂਟੀਫਾਈ ਦਾ ਸਬਜੈਕਟ ਵਰਡ ਇਨ ਈਚ ਆਫ ਥੀਸ ਸੈਂਟੈਂਸਸ। ਹੁਣ ਆਪਾਂ ਸਿਰਫ ਸਬਜੈਕਟ ਵਰਡ ਦੱਸਣਾ ਹੈ, ਬਟ ਸਬਜੈਕਟ ਵਰਡ ਦੱਸਣ ਤੋਂ ਪਹਿਲਾਂ ਆਪਾਂ ਸਬਜੈਕਟ ਦੱਸਣਾ ਹੈ, ਠੀਕ ਹੈ। ਤਾਂ ਜਸਰਾਜ ਪਹਿਲਾਂ ਮੈਨੂੰ ਸਬਜੈਕਟ ਦੱਸੋ, ਇਹਦੇ ਵਿੱਚ ਸਬਜੈਕਟ ਕੀ ਹੈ? Sir, इसमें sir subject होगा the manager of the firm. ਦ ਮੈਨੇਜਰ ਆਫ ਦ ਫਰਮ, ਇਹ ਸਾਰਾ ਆਪਣਾ ਕੀ ਹੈ? ਸਬਜੈਕਟ ਹੈ। Subject. ਤੇ ਸਬਜੈਕਟ ਵਰਡ ਕੀ और ਹੋਵੇਗਾ? sir, manager. ਮੈਨੇਜਰ ਆਪਣਾ ਸਬਜੈਕਟ ਹੋਵੇਗਾ। ਰਵੀਨਾ, ਸੈਕਿੰਡ ਵਿੱਚ ਕੀ ਹੋਵੇਗਾ ਸਬਜੈਕਟ ਆਪਣਾ? Ring, sir. ਪੂਰਾ ਸਬਜੈਕਟ ਦੱਸਣਾ ਹੈ ਰਵੀਨਾ। The warm and the bright springs, sir. ਹਾਂਜੀ, ਠੀਕ ਹੈ, ਇਹ ਪੂਰਾ ਆਪਣਾ ਸਬਜੈਕਟ ਹੈ। Actually, ਪਾਂਜੀ ਕੋਲ ਬੈਠ ਕੇ ਕਲਾਸ ਲਗਾ ਰਹੀ ਹੈ, ਉਹ ਵਿੱਚ ਆਨਸਰਸ ਦੇ ਰਹੀ ਹੈ। ਅੱਛਾ ਅੱਛਾ, ਕੋਈ ਨਾ, ਕੋਈ ਗੱਲ ਨਹੀਂ। She is in 7th standard. ਕਿੰਨੀ ਏਜ? 7th standard.
7th ਸਟੈਂਡਰਡ, ਕੋਈ ਨਾ ਕੋਈ ਗੱਲ ਨਹੀਂ ਉਹਨਾਂ ਤੋਂ ਵੀ ਪੁੱਛ ਲਿਆ ਕਰਾਂਗੇ ਕੀ ਨਾਮ ਹੈ ਉਹਨਾਂ ਦਾ। नाज सर, ਕੀ? नाज। ਨਾਜ਼, ਆਲਰਾਈਟ, ਸੋਹਣਾ ਨਾਮ ਹੈ। ਨਾਜ਼, ਮੈਨੂੰ ਥਰਡ ਦਾ ਆਨਸਰ ਦੱਸੋ। माय अंकल सर फुल सब्जेक्ट। ਠੀਕ ਹੈ, ਫੁੱਲ ਆਪਣਾ ਸਬਜੈਕਟ ਹੈ ਤੇ ਸਬਜੈਕਟ ਵਰਡ ਕੀ ਹੋਵੇਗਾ ਫਿਰ? अंकल। ਅੰਕਲ, ਵੈਰੀ ਗੁੱਡ। ਫੋਰਥ ਦਾ ਆਨਸਰ ਗੋਲਡ। द कनिंग मिनिस्टर। ਦ ਕਨਿੰਗ ਮਿਨਿਸਟਰ, ਇਹ ਆਪਣਾ ਪੂਰਾ ਹੋਵੇਗਾ ਸਬਜੈਕਟ ਤੇ ਸਬਜੈਕਟ ਵਰਡ ਕੀ ਹੋਵੇਗਾ? मिनिस्टर। ਮਿਨਿਸਟਰ ਆਪਣਾ ਸਬਜੈਕਟ ਵਰਡ ਹੋਵੇਗਾ। ਜੇ ਤੁਹਾਨੂੰ ਕਿਸੇ ਸੈਂਟੈਂਸ ਦਾ ਮਤਲਬ ਨਹੀਂ ਪਤਾ ਹੈਗਾ, ਮੈਨੂੰ ਉਹ ਵੀ ਦੱਸ ਦਿਓ, मैं ਤੁਹਾਨੂੰ पूरे सेंटेंस का मीनिंग ਦੱਸ दूंगा। सर, हाँ जी सर कनिंग का क्या मतलब होता है? कनिंग का मतलब होता है जो चालाक होता है, ठीक है। ओके सर, और सर फर्स्ट लाइन में फर्म का क्या मतलब है? द मैनेजर ऑफ द फर्म, फर्म कंपनी ਹੁੰਦੀ ਹੈ ਇੱਕ ਤਰ੍ਹਾਂ ਦੀ। ओके सर। ਕੰਪਨੀ ਦਾ ਮੈਨੇਜਰ ਸਲਿੱਪ ਹੋ ਗਿਆ ਤੇ ਪੌੜੀਆਂ ਤੋਂ ਡਿੱਗ ਪਿਆ। हाँ जी। ਤੇ ਟ੍ਰਿਕ ਦਾ ਮਤਲਬ ਹੁੰਦਾ ਧੋਖਾ ਦੇਣਾ। ਕਨਿੰਗ ਮਤਲਬ ਚਾਲਾਕ, ਚਾਲਾਕ ਮਿਨਿਸਟਰ ਨੇ ਕਿੰਗ ਤੇ ਕੁਈਨ ਨੂੰ ਧੋਖਾ ਦਿੱਤਾ। आ गई समझ? सर डीड मतलब डीड। कहाँ पे? सर 11th पे। 11th पे, अच्छा उस पे आते हैं बाद में, ठीक है। और डीड का मतलब ऐसे होता है कोई भी काम, टू हेल्प द पुअर इज ए नोबल डीड, Okay. अच्छा काम है लोगों, गरीब लोगों की हेल्प करना, ठीक है। ओके सर। फिफ्थ द आंसर जसराज। सर ड्रिंकिंग वाटर सब्जेक्ट, सब्जेक्ट हाँ और जी। सर वाटर सब्जेक्ट वर्ड। देखो सब्जेक्ट वर्ड हमारा होगा ड्रिंकिंग, उसका कारण मैं बताता हूँ। आप कह रहे हैं पानी पीना, इट्स नॉट अवेलेबल, ड्रिंकिंग, अच्छा ठीक है, वाटर ही होगा इसमें, ठीक है। पीने वाला पानी अवेलेबल नहीं हैगा ਵਿਸਿਨਿਟੀ ਵਿੱਚ। ਵਿਸਿਨਿਟੀ ਦਾ ਮਤਲਬ ਕੀ ਆ? ਤੁਹਾਡੀ ਜਿਹੜੀ ਲੋਕੈਲਿਟੀ ਆ, ਜਿਵੇਂ ਮੰਨ ਕੇ ਚੱਲੋ ਤੁਸੀਂ ਕਿਸੇ ਬਿਲਡਿੰਗ ਵਿੱਚ ਰਹਿ ਰਹੇ ਹੋ ਤਾਂ ਉਸ ਨੂੰ ਆਪਾਂ ਵਿਸਿਨਿਟੀ ਕਵਾਂਗੇ। ਜੋ ਤੁਹਾਡੇ ਘਰ ਦਾ ਆਸ-ਪਾਸ ਦਾ ਏਰੀਆ ਹੈਗਾ ਜਾਂ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੋਂ ਦਾ ਆਸ-ਪਾਸ ਦਾ ਏਰੀਆ, ਉਹ ਵਿਸਿਨਿਟੀ ਹੋਵੇਗਾ, ਠੀਕ ਹੈ ਜੀ। 6th ਦਾ ਆਨਸਰ ਰਵੀਨਾ। A boy carrying a pile of books, ਹਾਂਜੀ, subject। ਇਹ ਪੂਰਾ ਸਬਜੈਕਟ ਹੋਵੇਗਾ। ਤੁਸੀਂ ਦੋਵੇਂ ਚੀਟਿੰਗ ਤਾਂ ਨਹੀਂ ਕਰ ਰਹੇ? No sir, no sir। सर ਠੀਕ ਹੈ ਨਾ। ਤੇ ਆਪਣਾ ਸਬਜੈਕਟ ਵਰਡ ਕੀ ਹੋਵੇਗਾ ਰਵੀਨਾ ਇਸ ਦਾ? Boy, ਹਾਂਜੀ, ਬॉय। ਨਾਸ 3rd 7th ਦਾ ਆਪਣਾ ਸਬਜੈਕਟ ਕੀ ਹੋਵੇਗਾ? an honest man। ਐਨ ਓਨੈਸਟ ਮੈਨ, ਠੀਕ ਹੈ। ਇਹ ਆਪਣਾ ਪੂਰਾ ਸਬਜੈਕਟ ਹੋਵੇਗਾ ਤੇ ਸਬਜੈਕਟ ਵਰਡ ਕੀ ਹੋਵੇਗਾ? मैन। ਮੈਨ, ਵੈਰੀ ਗੁੱਡ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ। ਪੀਅਰਸ ਦਾ ਮਤਲਬ ਪਤਾ ਤੁਹਾਨੂੰ ਸਾਰਿਆਂ ਨੂੰ? sir colleagues। ਹਾਂ, ਕੋਲੀਗਸ, ਠੀਕ ਹੈ, ਜੋ ਤੁਹਾਡੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਪੀਅਰਸ ਕਹਿੰਦੇ ਆ। ਹੁਣ ਇੱਥੇ ਐਨ ਓਨੈਸਟ ਮੈਨ ਵਿੱਚ ਆਪਾਂ ਐਨ ਕਾ ਤੋਂ ਲਗਾਇਆ, ਜਦ ਕਿ ਇੱਥੇ ਤਾਂ ਐਚ ਲਿਖੀ ਆ। ਐਨ ਤਾਂ ਆਪਾਂ ਉਦੋਂ ਹੀ ਲਾਉਣੇ ਹੁੰਦੇ ਆ ਨਾ ਜਦੋਂ AEIOU ਨਾਲ ਕੋਈ ਵਰਡ ਸ਼ੁਰੂ ਹੁੰਦਾ ਹੋਵੇ, ਤਾਂ ਫਿਰ ਇੱਥੇ ਆਪਾਂ ਐਨ ਕਾ ਤੋਂ ਲਗਾਇਆ ਹੋਇਆ ਵਾ ਇਸ ਦੇ ਅੱਗੇ। ਕੀ ਕੋਈ ਦੱਸ ਸਕਦਾ? ਐਚ ਸਾਇਲੈਂਟ ਹੈ, ਠੀਕ ਹੈ। ਤਾਂ ਆਪਾਂ ਇਸ ਨੂੰ ਸਿੱਧਾ ਓਨੈਸਟ ਬੋਲਦੇ ਆ, ਸਾਊਂਡ ਦੇ ਬੇਸਿਸ ਉੱਤੇ ਏ ਜਾਂ ਐਨ ਲਗਾਉਣਾ ਹੁੰਦਾ ਹੈ। ਸੋ ਜੇ ਐਚ ਸਾਇਲੈਂਟ ਹੈਗੀ ਹੈ ਤੇ ਆਪਾਂ ਓਨੈਸਟ ਬੋਲ ਰਹੇ ਹਾਂ, ਔ ਦੀ ਜਿਹੜੀ ਆਵਾਜ਼ ਹੈ ਉਹ ਆਰਟੀਕਲ ਉਸ ਦੇ ਅੱਗੇ ਲੱਗੂਗਾ ਕਿਉਂਕਿ ਉਹ ਤੋਂ ਆ ਰਹੀ ਆ ਉਹ, ਠੀਕ ਹੈ ਜੀ। 8th ਦਾ ਆਨਸਰ ਗੋਲਡ। यस सर। 8th ਦਾ ਆਨਸਰ द एक्सपेंसिव ज्वेलरी। द ਐਕਸਪੈਂਸਿਵ ਜੁਐਲਰੀ, ਠੀਕ ਹੈ। ਜੁਐਲਰੀ ਕਹਾਂਗੇ ਇਹਨੂੰ, ਠੀਕ ਹੈ, ਜੁਐਲਰੀ ਨਹੀਂ ਕਹਿਣਾ, ਜੁਐਲਰੀ। ओके। ਤੇ ਜੁਐਲਰੀ ਵੀ ਕਹਿ ਸਕਦੇ ਹੋ, ਕਈ ਥਾਵਾਂ ਉੱਤੇ ਕਿਹਾ ਜਾਂਦਾ ਹੈ, ਗਲਤ ਨਹੀਂ ਹੈਗਾ, ਬਟ ਨਾਰਮਲੀ ਜੁਐਲਰੀ ਹੁੰਦਾ ਹੈ, ਠੀਕ ਹੈ। ओके सर। ਜੁਐਲਰੀ, ਜੁਐਲਰੀ, ਠੀਕ ਹੈ, ਜੁਐਲਰੀ। ओके सर। ਤੇ ਇਹਦੇ ਵਿੱਚ ਆਪਣਾ ਸਬਜੈਕਟ ਵਰਡ ਕੀ ਹੋਵੇਗਾ? सर ज्वेलरी। ਵੈਰੀ ਗੁੱਡ। 9th ਜਸਰਾਜ। सब्जेक्ट और सर सिस्टर सब्जेक्ट वर्ड।
माई यंगर सिस्टर हमारा सब्जेक्ट ते और सिस्टर yes, अपना होवेगा सब्जेक्ट वर्ड। subject verb. ठीक है। 10th रवीना सर स्लीपिंग टू मच सब्जेक्ट स्लीपिंग टू मच पूरा अपना सब्जेक्ट होवेगा ते उस तो बाद सब्जेक्ट वर्ड सर स्लीपिंग सब्जेक्ट वर्ड अपना होवेगा कला स्लीपिंग। ठीक है, क्लैरिटी है। 11th नाज Yes, sir. To help the poor subject वेरी or poor subject verb. देखो ਇਹਦੇ ਵਿੱਚ ਆਪਾਂ ਕੀ ਕਹਿਣਾ ਚਾਹ ਰਹੇ ਹਾਂ ਕਿ ਗਰੀਬਾਂ ਦੀ ਮਦਦ ਕਰਨਾ, ਠੀਕ ਹੈ, ਇੱਕ ਚੰਗਾ ਕੰਮ ਹੈ। ਗਰੀਬਾਂ ਦੀ ਮਦਦ ਕਰਨਾ ਇੱਕ ਚੰਗਾ ਕੰਮ ਹੈ। ਆਪਾਂ ਮੇਨਲੀ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ? ਮਦਦ ਕਰਨ ਦੀ ਗੱਲ ਕਰ ਰਹੇ ਹਾਂ। ਤੇ ਮਦਦ ਆਪਾਂ ਕਿੰਨਾਂ ਦੀ ਕਰਨੀ ਹੈ? ਗਰੀਬਾਂ ਦੀ ਕਰਨੀ ਹੈ। ਠੀਕ ਹੈ ਜੀ। ਤੋ ਆਪਣਾ ਟੂ ਹੈਲਪ ਜਿਹੜਾ ਹੈਗਾ ਏ ਉਹ ਆਪਣਾ ਕੀ ਹੋਵੇਗਾ? ਸਬਜੈਕਟ ਵਰਡ ਹੋਵੇਗਾ। ਠੀਕ ਹੈ, ਦ ਪੂਅਰ ਨਹੀਂ ਹੋਵੇਗਾ। ਓਕੇ ਕਿਉਂਕਿ ਆਪਾਂ ਮੇਨਲੀ ਕਿਸੇ ਕੰਮ ਦੀ ਕਿਸੇ ਐਕਟੀਵਿਟੀ ਦੀ ਗੱਲ ਕਰ ਰਹੇ ਹਾਂ ਤੇ ਉਹ ਐਕਟੀਵਿਟੀ ਕੀ ਹੈਗੀ ਆ? ਹੈਲਪ ਕਰਨਾ। ਤੇ ਇੱਥੇ ਟੂ ਹੈਲਪ ਆਪਣਾ ਸਬਜੈਕਟ ਵਰਡ ਹੋਵੇਗਾ, ਦ ਪੂਅਰ ਆਪਣਾ ਐਟਰੀਬਿਊਟ ਹੋਵੇਗਾ। क्लैरिटी है? ओके, ते लास्ट वाले विच आंसर जसराज। Sir, the nurse is subject हाँ जी, or sir, nurse is subject verb. ठीक है, क्लैरिटी है। ये अपना हो गया सारा। आगे चल गए। अपने को टाइम Yes, कितना? sir. मैं टाइम देख लवां एक करी। ਆਪਾਂ ਇਹ ਕਲਾਸ ਸ਼ੁਰੂ ਕੀਤੀ ਸੀ 10-15 ਮਿੰਟ ਹੈਗੇ ਨੇ ਆਪਣੇ ਕੋਲੇ। ਤਾਂ ਕੁਝ ਡਾਊਟਸ ਸੀਗਾ ਜਿਹੜੀਆਂ ਪੁੱਛੀਆਂ ਸੀਗਾ। ਜਸਰਾਜ ਦਾ ਮੈਸੇਜ ਆਇਆ ਸੀਗਾ, ਉਹ ਮੈਂ ਤੁਹਾਨੂੰ ਵੀ ਦੱਸ ਦਿੰਨਾ ਕਿ ਇਹ ਜਿਹੜਾ ਸੈਂਟੈਂਸ ਹੈਗਾ, ਹਾਲਾਂਕਿ ਹੁਣ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ, ਬਟ ਮੈਂ ਫਿਰ ਵੀ ਦੱਸ ਦਿੰਨਾ ਕਿ ਇਹ ਬॉय ਇਜ਼ ਪਲੇਇੰਗ ਵਿਦ ਟॉयਜ਼। ਇੱਕ ਮੁੰਡਾ ਟॉयਜ਼ ਨਾਲ ਖੇਡ ਰਿਹਾ ਹੈ। ਤਾਂ ਇਹਦੇ ਵਿੱਚ ਸਬਜੈਕਟ ਕੀ ਹੋਵੇਗਾ? ਕਿ ਬॉय ਹੋਵੇਗਾ ਜਾਂ ਬॉय ਹੋਵੇਗਾ? Boy sir. ਹਾਂਜੀ, Boy ਹੋਏਗਾ ਕੱਲਾ ਸਬਜੈਕਟ। ਇਹ ਬॉय ਦੋਵੇਂ ਚੀਜ਼ਾਂ। ਠੀਕ ਹੈ, ਕਿਉਂਕਿ ਦੇਖੋ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਨਾ ਕਿ ਜਦੋਂ ਵੀ ਆਪਾਂ ਸਬਜੈਕਟ ਦੀ ਗੱਲ ਕਰਦੇ ਆ ਆਪਾਂ ਆਰਟੀਕਲ ਵੀ ਵਿੱਚ ਇਨਕਲੂਡ ਕਰਨੇ ਹੁੰਦੇ ਆ। ਜਿਵੇਂ ਹੁਣ ਆਪਾਂ ਐਕਸਰਸਾਈਜ਼ ਕਰ ਰਹੇ ਸੀ, ਇਹਦੇ ਵਿੱਚ ਦੇਖੋ ਦ ਮੈਨੇਜਰ, ਆਪਾਂ ਇਹਨੂੰ ਪੂਰੇ ਨੂੰ ਮੰਨਿਆ ਨਾ ਸਬਜੈਕਟ, ਆਪਾਂ ਕੱਲਾ ਇਹਨੂੰ ਸਬਜੈਕਟ ਨਹੀਂ ਨਾ ਮੰਨਿਆ। ਸਬਜੈਕਟ ਇਹ ਪੂਰਾ ਹੋਵੇਗਾ, ਸਬਜੈਕਟ ਇਹ ਪੂਰਾ ਹੋਵੇਗਾ, ਪਰ ਜਿਹੜਾ ਸਬਜੈਕਟ ਵਰਡ ਆ ਉਹ ਕੱਲਾ ਬॉय ਹੋਵੇਗਾ। क्लैरिटी है? आ गया समझ? ठीक है। और दूसरा सीगा जो क्वेश्चन पूछा सीगा, कैन देयर बी मोर देन वन वर्ड इन द सब्जेक्ट वर्ड। ਵੀ ਇੱਕ ਸਬਜੈਕਟ ਵਰਡ ਵਿੱਚ ਇੱਕ ਤੋਂ ਜ਼ਿਆਦਾ ਵਰਡ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ? ਜਸਰਾਜ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਕੀ ਵਿਚਾਰ ਆ? ਗੋਲਡ ਹੋ ਸਕਦੇ ਆ? Sir, हो सकते हैं. ਕਿਵੇਂ? ਸਰ ਨਹੀਂ ਹੋ ਸਕਦਾ, ਸਬਜੈਕਟ ਵਰਡ ਤਾਂ ਇੱਕ ਹੀ ਹੋਏਗਾ। ਗੱਲ ਕਰਦੇ ਆ ਇਸ ਬਾਰੇ। ਗੋਲਡ ਕਹਿ ਰਿਹਾ ਕਿ ਹੋਣਗੇ। ਕਿਵੇਂ ਹੋਣਗੇ ਗੋਲਡ? Sorry. ਨਹੀਂ ਹੋਣਗੇ? नहीं. ਚਲੋ ਠੀਕ ਹੈ। ਦੇਖੋ ਇੱਕ ਤੋਂ ਜ਼ਿਆਦਾ ਹੋ ਸਕਦੇ ਨੇ। ਉਹ ਕਿਵੇਂ ਹੋ ਸਕਦੇ ਨੇ ਮੈਂ ਤੁਹਾਨੂੰ ਦੱਸਦਾ। ਨਾਰਮਲੀ ਹੁਣ ਤੱਕ ਆਪਾਂ ਜਿੰਨੇ ਵੀ ਐਗਜ਼ਾਮਪਲਸ ਕੀਤੇ ਨੇ ਉਹਨਾਂ ਵਿੱਚੋਂ ਇੱਕੋ ਸਬਜੈਕਟ ਵਰਡ ਸੀਗਾ। ਬਟ ਲੈਟ ਅਸ ਸੇ ਇਹ ਬॉय ਇਜ਼ ਪਲੇਇੰਗ ਵਿਦ ਟॉयਜ਼, ਇੱਕੋ ਸਬਜੈਕਟ ਵਰਡ ਹੈ। ਪਰ ਮੈਂ ਕਹਾਂ ਇਹ ਬॉय ਐਂਡ ਇਹ ਗਰਲ ਆਰ ਪਲੇਇੰਗ ਵਿਦ ਟॉयਜ਼। in this case अपना सब्जेक्ट की होगा ए बॉय एंड ए गर्ल, पूरा सब्जेक्ट होगा है। ठीक है, पर अपने सब्जेक्ट वर्ड जे मैं कहां दो होणगे ना, बॉय दी भी आपां मेनली गल कर रहे हैं ते गर्ल दी भी गल कर रहे हैं। आ गई समझ? देखो इस सेंटेंस विच की सीगा, ए बॉय इज प्लेइंग विद टॉयज। ਇਹਦੇ ਵਿੱਚ ਆਪਾਂ ਸਿਰਫ ਮੁੰਡੇ ਦੀ ਗੱਲ ਕਰ ਰਹੇ ਸੀ, ਇੱਕੋ ਜਾਣੇ ਦੀ ਗੱਲ ਕਰ ਰਹੇ ਸੀਗੇ। ਠੀਕ ਆ, ਪਰ ਇਸ ਕੇਸ ਵਿੱਚ ਆਪਾਂ ਦੋ ਜਾਣਿਆਂ ਦੀ ਗੱਲ ਕਰ ਰਹੇ ਹਾਂ, ਬॉय ਦੀ ਵੀ ਗੱਲ ਕਰ ਰਹੇ ਹਾਂ ਤੇ ਗਰਲ ਦੀ ਵੀ ਗੱਲ ਕਰ ਰਹੇ ਹਾਂ। ਤਾਂ ਸਬਜੈਕਟ ਵਰਡ ਆਪਣੇ ਦੋ ਹੋਣਗੇ। ਆਇਆ ਸਮਝ ਜਾਂ ਡਾਊਟ ਹੈਗੀ ਆ? ਮੈਂ ਹੋਰ ਐਗਜ਼ਾਮਪਲਸ ਵੀ ਤੁਹਾਨੂੰ ਦੇ ਦਿੰਦਾ। आ गया समझ में? आ गया? एंड Yes, sir.
assistant the manager and his assistant। ਹੁਣ ਇਸ ਸੈਂਟੈਂਸ ਵਿੱਚ ਆਪਾਂ ਜੇ ਸਬਜੈਕਟ ਚੁਣਨਾ ਹੁੰਦਾ ਆਪਾਂ ਇਹਨੂੰ ਸਾਰੇ ਨੂੰ ਸਬਜੈਕਟ ਮੰਨਾਂਗੇ, ਪਰ ਜੇ ਆਪਾਂ ਸਿਰਫ ਸਬਜੈਕਟ ਵਰਡ ਦੀ ਗੱਲ ਕਰਨੀ ਹੋਵੇ ਤਾਂ ਮੈਨੇਜਰ ਦੀ ਵੀ ਗੱਲ ਕਰ ਰਹੇ ਹਾਂ ਆਪਾਂ ਤੇ ਉਹਦੀ ਅਸਿਸਟੈਂਟ ਦੀ ਵੀ ਗੱਲ ਕਰ ਰਹੇ ਹਾਂ, ਤਾਂ ਦੋ ਸਬਜੈਕਟ ਵਰਡ ਹੋ ਗਏ ਨਾ ਆਪਣੇ। ਆਈ ਸਮਝ ਰਬੀਨਾ? यस सर। नाज? यस ठीक है, सर आगे समझ। आगे समझ मैंने पता नहीं लग रहा थोड़े जो केड़ा बोल रहा हैगा ते सर कल तो नाज के फोन तो ज्वाइन कराने मीटिंग थोड़ी। हाँ जी कोई गल नहीं जी, कोई दिक्कत नहीं हैगी।